ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਆਪ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਭ ਮਾਈ ਭਾਈ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 37 ਪੌੜੀਆਂ ਦੀ ਵਿਚਾਰ ਅਸੀਂ ਕੱਲ ਤੱਕ ਕਰ ਚੁੱਕੇ ਹਾਂ। ਅੱਜ 38ਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦਾ ਮਕਸਦ ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀ ਪੈਦਾ ਕਰਨਾ ਹੈ ਔਰ ਖੁਸ਼ੀ ਵਾਲੀ ਜ਼ਿੰਦਗੀ ਜੀਣੀ, ਆਨੰਦ ਮਾਨਣਾ, ਆਨੰਦ ਵਿੱਚ ਰਹਿਣਾ, ਰੱਬ ਦੇ ਅੰਦਰ ਮਿਲ ਕੇ ਰੱਬ ਵਰਗੇ ਹੋ ਜਾਣਾ, ਇਹ ਹਰ ਇਨਸਾਨ ਦਾ ਹੱਕ ਵੀ ਹੈ ਔਰ ਹਰ ਇਨਸਾਨ ਦਾ ਫਰਜ਼ ਵੀ ਹੈ। ਕੱਲ ਅਸੀਂ ਵਿਚਾਰ ਕੀਤਾ ਸੀ, ਇਸ ਤਰ੍ਹਾਂ ਨੂੰ ਮੇਰੇ ਹੋ ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ, ਸ਼ਰੀਰ ਲਾਏ ਸੁਣੋ ਸਤ ਬਾਣੀ। ਤੇ ਇਹਦਾ ਸੰਬੰਧ ਹੈ ਸਾਡੀ ਖੁਸ਼ੀ ਦੇ ਨਾਲ, ਆਨੰਦ ਦੇ ਨਾਲ। ਕਿਉਂਕਿ ਜੇ ਅਸੀਂ ਨੈਗੇਟਿਵ ਵਿਚਾਰ ਸੁਣਦੇ ਹਾਂ, ਚੁਗਲੀ ਨਿੰਦਾ ਸੁਣਦੇ ਹਾਂ, ਝੂਠ ਫਰੇਬ ਦੇ ਬੋਲ ਸੁਣਦੇ ਹਾਂ, ਤਾਂ ਸਾਡੇ ਅੰਦਰ ਉਹ ਕੁਛ ਹੀ ਜਾਏਗਾ ਔਰ ਉਹ ਹੀ ਸਾਡੇ ਅੰਦਰੋਂ ਪ੍ਰਗਟ ਵੀ ਹੋਏਗਾ। ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰ। ਤੇ ਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਇਹਨਾਂ ਕੰਨਾਂ ਦੇ ਨਾਲ ਸੱਚ ਸੁਣੋ, ਰੱਬ ਦੀ ਸਿਫਤ ਸਲਾਹ ਸੁਣੋ, ਹੁਕਮ ਰਜ਼ਾ ਦੇ ਬਚਨ ਸੁਣੋ, ਜਿਸ ਦੇ ਨਾਲ ਤਨ ਔਰ ਮਨ ਸ਼ੀਤਲ ਹੋ ਜਾਏਗਾ, ਮਨ ਵੀ ਸ਼ਾਂਤ ਹੋਵੇਗਾ, ਮਨ ਦੀ ਮੈਲ ਨਿਕਲੇਗੀ, ਮਨ ਵਿੱਚ ਸਕਾਰਾਤਮਕਤਾ ਆਵੇਗੀ ਔਰ ਤਨ ਦੇ ਜਿਹੜੇ ਕਰਮ ਨੇ ਉਹ ਵੀ ਨਿਰਮਲ ਹੋ ਜਾਣਗੇ। ਤਾਂ ਇਸ ਤਰ੍ਹਾਂ ਅਸੀਂ ਸੁਖ, ਆਨੰਦ, ਖੇੜਾ ਔਰ ਪ੍ਰਸੰਨਤਾ ਮਾਣ ਸਕੀਏ। ਆਓ ਅਗਲੀ ਵਿਚਾਰ ਅੱਜ ਆਪ ਜੀ ਦੇ ਨਾਲ ਸਾਂਝੀ ਕਰੀਏ। ਅਗਲਾ 38ਵੀਂ ਪੌੜੀ ਹੈ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਥੋੜਾ ਵਿਸ਼ਰਾਮ ਦਾ ਖਿਆਲ ਰੱਖਣਾ ਹੈ, ਹਰ ਜੀਓ ਇਕੱਠਾ ਨਹੀਂ ਪੜਨਾ, ਹਰ ਤੇ ਥੋੜਾ ਰੁਕ ਜਾਣਾ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਜੋ ਭਾਈ ਸਾਹਿਬ ਸਿੰਘ ਜੀ ਨੇ ਅਰਥ ਕੀਤੇ ਹਨ ਕਿ ਹਰੀ ਨੇ, ਰੱਬ ਨੇ ਜਿੰਦ ਇਹ ਸਰੀਰ ਦੇ ਅੰਦਰ ਰੱਖ ਕੇ, ਗੁਫਾ ਦਾ ਮਤਲਬ ਸਰੀਰ ਗੁਫਾ, ਵਾਜਾ ਪਵਨ ਵਜਾਇਆ, ਪਵਨ ਦਾ ਵਾਜਾ ਵਜਾਇਆ, ਯਾਨੀ ਬੰਦੇ ਨੂੰ ਬੋਲਣ ਦੀ ਸ਼ਕਤੀ। ਹਰੀ ਨੇ ਜੀਓ ਗੁਫਾ ਅੰਦਰ ਰੱਖ ਕੇ ਦਾ ਮਤਲਬ ਹੈ ਸਰੀਰ ਵਿੱਚ ਜਿੰਦ ਪਾ ਕੇ ਵਾਜਾ ਪਵਨ ਵਜਾਇਆ ਦਾ ਮਤਲਬ ਪਵਨ ਦਾ ਵਾਜਾ ਵਜਾ ਦਿੱਤਾ, ਜੋ ਵੱਜ ਰਿਹਾ ਹੈ, ਬੋਲ ਰਿਹਾ ਹੈ, ਬੰਦੇ ਨੂੰ ਬੋਲਣ ਦੀ ਸ਼ਕਤੀ ਦਿੱਤੀ, ਬੋਲਣ ਦੀ ਤਾਕਤ ਦਿੱਤੀ। ਤਾਂ ਇਹਦੇ ਸਮੁੱਚੇ ਭਾਵ ਨੂੰ ਅਸੀਂ ਫਿਰ ਸਮਝ ਲਈਏ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਦਾ ਸਮੁੱਚਾ ਭਾਵ ਹੈ ਕਿ ਹਰੀ ਨੇ ਹੁਕਮ ਦੇ ਅੰਦਰ ਰਜ਼ਾ ਪਾਣੇ ਵਿੱਚ ਸਰੀਰ ਦੇ ਅੰਦਰ ਜਾਨ ਪਾ ਕੇ ਤੇ ਇਹ ਸਰੀਰ ਨੂੰ ਬੋਲਣ ਦੀ ਸੱਤਿਆ ਦਿੱਤੀ, ਬੋਲਣ ਦੀ ਸ਼ਕਤੀ ਦਿੱਤੀ। ਅਗਲਾ ਬਚਨ ਕਰਦੇ ਨੇ, ਵਜਾਇਆ ਵਾਜਾ ਪਾਉਣ। ਵਜਾਇਆ ਵਾਜਾ ਪਾਉਣ ਦਾ ਮਤਲਬ ਬੋਲਣ ਦੀ ਸ਼ਕਤੀ ਦਿੱਤੀ, ਬੋਲਣ ਦੀ ਸੱਤਿਆ ਦਿੱਤੀ, ਜਿਨ ਜਿਹਵਾ ਦਿੱਤੀ ਬੋਲੇ। ਵਜਾਇਆ ਵਾਜਾ ਪਾਉਣ ਦਾ ਮਤਲਬ ਬੋਲਣ ਦੀ ਸ਼ਕਤੀ ਦਿੱਤੀ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਜਿੱਥੇ ਸਰੀਰ ਵਿੱਚ ਜਾਨ ਪਾਈ, ਬੋਲਣ ਦੀ ਸ਼ਕਤੀ ਦਿੱਤੀ। 9 ਦੁਆਰੇ ਦਾ ਮਤਲਬ 9 ਗੋਲਕਾਂ, 9 ਇੰਦਰੀਆਂ ਪ੍ਰਗਟ ਕੀਤੀਆਂ, ਪ੍ਰਤੱਖ ਤੌਰ ਤੇ ਜੋ ਦਿਸ ਰਹੀਆਂ ਨੇ। ਜਿਵੇਂ 2 ਅੱਖਾਂ ਨੇ, ਨੱਕ ਹੈ, ਮੂੰਹ ਹੈ, ਕੰਨ ਨੇ, ਲਿੰਗ ਔਰ ਗੁਦਾ ਹੈ। ਇਹ 9 ਦੁਆਰੇ ਨੇ ਜੋ ਪ੍ਰਤੱਖ ਨੇ, ਜੋ ਸਾਹਮਣੇ ਨਜ਼ਰੀ ਆ ਰਹੇ ਨੇ। 10ਵਾਂ ਗੁਪਤ ਰਖਾਇਆ, ਜੋ 10ਵਾਂ ਗਿਆਨ ਇੰਦਰਾ ਹੈ, ਉਹ ਗੁਪਤ ਰੱਖਿਆ ਹੈ ਪਰਦੇ ਵਿੱਚ, ਉਹ ਬਾਹਰ ਨਹੀਂ ਦਿਸਦਾ। ਦਿਮਾਗ, 10ਵੇਂ ਦਾ ਮਤਲਬ ਦਿਮਾਗ, ਬ੍ਰੇਨ। ਜਿਵੇਂ ਅੱਖਾਂ, ਨੱਕ ਆਦਿ ਸਾਡੇ ਸਰੀਰ ਦੇ ਅੰਗ ਨੇ ਨਾ, ਐਵੇਂ 10ਵੀਂ ਜੋ ਇੰਦਰੀ ਹੈ ਉਹ ਹੈ ਦਿਮਾਗ, ਬ੍ਰੇਨ, ਜੋ ਸਾਡਾ ਇੱਕ ਟੁਕੜਾ ਹੈ, ਅੰਗ ਹੈ।
ਜੋ ਸਾਡੇ ਸਾਰੇ ਸਰੀਰ ਦੇ ਨੂੰ ਕੰਟਰੋਲ ਕਰਦਾ ਹੈ। ਇਹਦੇ ਬਾਰੇ ਆਪ ਸਾਰੇ ਸਮਝਦੇ ਹੋ। ਇੱਥੇ 10ਵੇਂ ਦੁਆਰ ਦਾ ਮਤਲਬ ਯੋਗੀਆਂ ਵਾਲਾ 10ਵਾਂ ਦੁਆਰ ਨਹੀਂ ਹੈ, ਜਿਹਦੇ ਵਿੱਚ ਪ੍ਰਾਣ ਚੜਾਉਣੇ ਨੇ, ਜਿਹਦੇ ਵਿੱਚ ਤੁਸੀਂ ਧਿਆਨ ਲਗਾਉਣਾ ਹੈ, ਸਮਾਧੀਆਂ ਲਾਣੀਆਂ ਨੇ। ਇਹਦਾ ਮਤਲਬ ਉਹ 10ਵਾਂ ਦੁਆਰ ਨਹੀਂ ਹੈ, ਕਿਉਂਕਿ ਗੁਰਮਤ ਨੇ ਉਸ 10ਵੇਂ ਦੁਆਰ ਦੀ ਕੋਈ ਹੋਂਦ ਪ੍ਰਵਾਨ ਨਹੀਂ ਕੀਤੀ। 10ਵਾਂ ਦੁਆਰ ਜੋ ਗੁਰਬਾਣੀ ਦੇ ਅੰਦਰ ਸ਼ਬਦ ਵਰਤਿਆ ਹੈ, ਉਹ ਬ੍ਰੇਨ ਵਾਸਤੇ ਵਰਤਿਆ ਹੈ। ਆਪ ਮਹਾਨ ਕੋਸ਼ ਵਿੱਚ ਵੇਖ ਸਕਦੇ ਹੋ, ਭਾਈ ਸਾਹਿਬ ਸਿੰਘ ਜੀ ਡੀ ਲਿਟ, ਉਹਨਾਂ ਦਾ ਟੀਕੇ ਵਿੱਚ ਆਪ ਵੇਖ ਸਕਦੇ ਹੋ। ਹੋਰ ਵਿਦਵਾਨ ਵੀ ਜੋ 10ਮ ਦੁਆਰ ਦਾ ਅਰਥ ਹੈ ਉਹ ਦਿਮਾਗ ਕਰ ਰਹੇ ਨੇ। ਗੁਰਬਾਣੀ ਦੇ ਅੰਦਰ ਜਦੋਂ ਆਪ ਧਿਆਨ ਨਾਲ ਪੜੋਗੇ ਨਾ, ਤਾਂ ਗੁਰਬਾਣੀ ਦੇ ਵਿੱਚ ਦਿਮਾਗ ਸ਼ਬਦ ਆਪ ਨੂੰ ਨਹੀਂ ਮਿਲੇਗਾ। ਦੱਦੇ ਨਾਲ ਸਿਹਾਰੀ, ਮੰਮੇ ਨਾਲ ਕੰਨਾ ਔਰ ਗੱਗਾ, ਦਿਮਾਗ, ਇਹ ਸ਼ਬਦ ਆਪ ਨੂੰ ਗੁਰਬਾਣੀ ਵਿੱਚ ਨਹੀਂ ਮਿਲੇਗਾ। ਗੁਰਬਾਣੀ ਦੇ ਅੰਦਰ ਦਿਮਾਗ ਦੀ ਜਗ੍ਹਾ ਤੇ 10ਮ ਦੁਆਰ ਵਰਤਿਆ ਗਿਆ ਹੈ। ਤਾਂ 10ਮ ਦੁਆਰ ਦਾ ਮੀਨਿੰਗ ਕੀ ਹੋ ਗਿਆ ਜੀ? ਇੱਕ ਵਾਰੀ ਇਸੇ ਤਰ੍ਹਾਂ ਅਨਮਿਊਟ ਰਹਿੰਦਿਆਂ ਹੋਇਆਂ ਹੀ ਆਪ ਬੋਲੋਗੇ, ਤੁਹਾਨੂੰ ਥੋੜੀ ਇਹ ਪਕਿਆਈ ਹੋ ਜਾਏਗੀ। 10ਮ ਦੁਆਰ ਦਾ ਮਤਲਬ ਕੀ ਹੋ ਗਿਆ? ਦਿਮਾਗ। ਬੋਲੋ ਸਾਰੇ ਆਪਣੇ ਆਪਣੇ ਘਰ 'ਚ ਬੈਠੇ। 10ਮ ਦੁਆਰ ਦਾ ਅਰਥ ਹੋ ਗਿਆ ਦਿਮਾਗ। ਤੇ ਦਿਮਾਗ ਗੁਪਤ ਰੱਖਿਆ ਹੈ। ਹੁਣ ਗੁਪਤ ਕਿਉਂ ਰੱਖਿਆ ਹੈ? ਦੇਖੋ, ਜੇ ਦਿਮਾਗ ਮੇਰੇ ਜਾਂ ਤੁਹਾਡੇ ਮੋਢੇ ਉੱਤੇ ਲੱਗਾ ਹੁੰਦਾ, ਇੱਥੇ ਰੱਖਿਆ ਹੁੰਦਾ ਉੱਤੇ ਖੁੱਲਾ, ਤਾਂ ਕੀ ਉਹ ਦਿਮਾਗ ਚੱਲ ਜਾਂਦਾ? ਮਿੱਟੀ ਘੱਟਾ ਪੈ ਕੇ ਖਰਾਬ ਹੋ ਜਾਂਦਾ, ਕੋਈ ਥੋੜਾ ਜਿਹਾ ਹੱਥ ਮਾਰਦਾ, ਥੋੜੀ ਸੱਟ ਵੱਜਦੀ। ਦਿਮਾਗ ਰੱਖਿਆ ਵੀ ਪਿਛਲੇ ਪਾਸੇ ਹੈਗੀ ਚੀਜ਼। ਔਰ ਦਿਮਾਗ ਦੀ ਜਿਹੜੀ ਸਾਡੇ ਸਿਰ ਦੀ ਖੋਪਰੀ ਹੈ, ਇਹ ਹੱਡੀ ਵੀ ਬੜੀ ਮਜ਼ਬੂਤ ਹੈ, ਸਾਰੀਆਂ ਹੱਡੀਆਂ ਨਾਲੋਂ ਜ਼ਿਆਦਾ ਮਜ਼ਬੂਤ ਹੈ, ਕਿਉਂਕਿ ਬੜੀ ਕੀਮਤੀ ਚੀਜ਼ ਹੈ। ਦਿਮਾਗ ਨੇ ਕੰਟਰੋਲ ਕਰਨਾ ਹੈ। ਦੇਖੋ, ਮੈਨੂੰ ਸਾਇੰਸ ਬਾਰੇ ਪਤਾ ਨਹੀਂ ਬਹੁਤਾ, ਲੇਕਿਨ ਜਿੰਨਾ ਪੜ੍ਹੀ ਦਾ ਥੋੜਾ ਬਹੁਤਾ, ਜੋ ਡਾਕਟਰ ਵੀਰ ਦੱਸਦੇ ਨੇ, ਸਾਈਕੋਲੋਜਿਸਟ, ਸਾਈਕੈਟ੍ਰਿਕ ਦਾ, ਜਿੰਨੇ ਵੀ ਪੜ੍ਹੇ ਲਿਖੇ ਲੋਕ ਨੇ, ਕਿ ਸਾਡੇ ਦਿਮਾਗ ਦੇ ਵਿੱਚ ਦੇਖੋ ਕਿੰਨੇ ਸਾਰੇ ਨਰਵਸ, ਉਹ ਆਪਣੇ ਨਿਊਰੋਨਸ ਵਗੈਰਾ ਨੇ। 12.5 ਅਰਬ ਨਿਊਰੋਨਸ, ਜਿਸ ਚੋਂ 10 ਅਰਬ ਨਿਊਰੋਨਸ ਕੇਵਲ ਸਾਡੇ ਦਿਮਾਗ ਦੇ ਵਿੱਚ ਹੀ ਨੇ। ਦਿਮਾਗ ਹੀ ਸਾਡੇ ਹਰ ਸਾਰੇ ਸਰੀਰ ਨੂੰ ਕੰਟਰੋਲ ਕਰਦਾ ਹੈ। ਦਿਮਾਗ ਰਾਹੀਂ ਹੀ ਅਸੀਂ ਸੋਚਦੇ ਹਾਂ, ਦਿਮਾਗ ਰਾਹੀਂ ਹੀ ਅਸੀਂ ਆਪਣੇ ਚੰਗੇ ਮਾੜੇ ਫੈਸਲੇ ਲੈਂਦੇ ਹਾਂ। ਜੇ ਕੋਈ ਦਿਮਾਗ ਦੀ ਨਾੜੀਆਂ ਜੋ ਆ ਰਹੀਆਂ ਨੇ, ਉਹਨਾਂ ਚੋਂ ਕੋਈ ਬਲੌਕ ਹੋ ਜਾਏ ਤੇ ਕਈ ਵਾਰ ਹਦਰੰਗ ਜਾਂ ਐਸੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਨਾ। ਇਹਨੂੰ ਚੰਗੀ ਤਰ੍ਹਾਂ ਜਿੰਨਾ ਮਰਜ਼ੀ ਪੜ੍ਹਿਆ ਵਾਚਿਆ ਜਾ ਸਕਦਾ ਹੈ। ਦਿਮਾਗ ਬਾਰੇ ਕਿੰਨੇ ਲੰਬੇ ਚੌੜੇ ਲੈਕਚਰ ਨੇ, ਕਿਤਾਬਾਂ ਨੇ, ਕਿੰਨਾ ਸਾਰਾ ਇਹਦੇ ਬਾਰੇ ਖੋਜਾਂ ਹੋਈਆਂ ਨੇ। ਇਹਦੇ ਬਾਰੇ ਆਪ ਸਾਰੇ ਜਾਣਦੇ ਹੋ, ਕਿੰਨੀ ਕੀਮਤੀ ਚੀਜ਼ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਅਕਾਲ ਪੁਰਖ ਦੀ ਰਜ਼ਾ ਦੇ ਅੰਦਰ ਇਹ ਸਰੀਰ ਦੀ ਰਚਨਾ ਹੋਈ ਹੈ। ਇਹ ਸਰੀਰ ਗੁਫਾ ਦੇ ਅੰਦਰ, ਯਾਨੀ ਸਰੀਰ ਦੇ ਵਿੱਚ ਜਿੰਦ ਹੈ, ਜਾਨ ਹੈ, ਸੱਤਿਆ ਹੈ, ਔਰ ਨਾਲ ਵਾਜਾ ਪਵਨ ਵਜਾਇਆ, ਬੋਲਣ ਦੀ ਸ਼ਕਤੀ ਦਿੱਤੀ ਹੈ। 9 ਜਿਹੜੇ ਗਿਆਨ ਇੰਦਰੇ ਨੇ ਉਹ ਬਾਹਰ ਤੌਰ ਤੇ ਪ੍ਰਗਟ ਨੇ। ਮੂੰਹ ਹੈ, ਨੱਕ ਹੈ, ਕੰਨ ਵਗੈਰਾ ਵਗੈਰਾ ਨੇ, ਜਿਨ੍ਹਾਂ ਰਾਹੀਂ ਅਸੀਂ ਕਿਸੇ ਵੀ ਚੀਜ਼ ਦੀ ਸੂਚਨਾ ਗ੍ਰਹਿਣ ਕਰਦੇ ਹਾਂ। ਔਰ 10ਵਾਂ ਜਿਹੜਾ ਦਿਮਾਗ ਹੈ ਉਹ ਗੁਪਤ ਹੈ। ਜੇ ਦਿਮਾਗ ਦੇ ਵਿੱਚ ਗੜਬੜ ਹੋ ਜਾਏ ਤਾਂ ਬੰਦੇ ਦੀ ਜ਼ਬਾਨ ਤੇ ਹੁੰਦੀ ਹੈ, ਪਰ ਬੰਦਾ ਬੋਲ ਨਹੀਂ ਪਾਉਂਦਾ ਠੀਕ, ਉਹਨੂੰ ਪਤਾ ਨਹੀਂ, ਬੋਲੀ ਤੇ ਜਾਂਦਾ, ਪਤਾ ਨਹੀਂ ਕੀ ਬੋਲੀ ਜਾਂਦਾ। ਤਾਂ 10ਵਾਂ ਜਿਹੜਾ ਗਿਆਨ ਇੰਦਰਾ ਹੈ, ਦਿਮਾਗ ਹੈ, ਉਹਨੂੰ ਗੁਪਤ ਰੱਖਿਆ ਗਿਆ ਹੈ। ਹੁਣ ਗੁਰੂ ਜੀ ਅਗਲਾ ਬਚਨ ਕਰਦੇ ਨੇ, ਗੁਰਦੁਆਰੇ ਲਾਏ ਭਾਵਨੀ। ਗੁਰਦੁਆਰੇ ਦਾ ਮਤਲਬ ਗੁਰੂ ਦੇ ਜਰੀਏ, ਗੁਰੂ ਦੀ ਸ਼ਰਣੀ ਪੈ ਕੇ। ਲਾਏ ਭਾਵਨੀ ਦਾ ਮਤਲਬ ਪ੍ਰੀਤ, ਜਿਨ੍ਹਾਂ ਦੀ ਗੁਰੂ ਦੇ ਨਾਲ ਪ੍ਰੀਤ ਲੱਗੀ, ਗਿਆਨ ਦੇ ਨਾਲ ਪ੍ਰੀਤ ਲੱਗੀ। ਇੱਕ ਨਾ 10ਵਾਂ ਦੁਆਰ ਦਿਖਾਇਆ, ਇੱਕ ਨਾ ਨੂੰ 10ਵਾਂ ਦੁਆਰ ਵਿਖਾ ਦਿੱਤਾ। ਵਿਖਾ ਦਿੱਤਾ ਦਾ ਮਤਲਬ ਉਹਨਾਂ ਨੂੰ ਸੂਝ ਹੋ ਗਈ, ਸਮਝ ਆ ਗਈ, ਉਹਨਾਂ ਨੂੰ ਇਸ ਚੀਜ਼ ਦੀ ਸਮਝ ਦਿੱਤੀ, ਗਿਆਨ ਦੀ ਸਮਝ ਦਿੱਤੀ। ਇੱਥੇ 10ਵਾਂ ਦੁਆਰ ਦਿਖਾਇਆ, ਗਿਆਨ ਦੀ ਸੂਝ, ਸਮਝ ਦਿੱਤੀ ਕਿ ਇਸ ਦਿਮਾਗ ਨੂੰ ਵਰਤਣਾ ਹੈ, ਇਸ ਚੀਜ਼ ਦੀ ਸਮਝ ਦਿੱਤੀ ਗਿਆਨ ਮੰਡਲ ਦੀ, ਕਿ ਮੈਂ ਦਿਮਾਗ ਨੂੰ ਵਰਤਣਾ ਹੈ, ਮੈਂ ਅਕਲ ਦੀ ਵਰਤੋਂ ਕਰਨੀ ਹੈ। ਔਰ ਗਿਆਨ ਦਿੱਤਾ, ਸੂਝ ਦਿੱਤੀ, ਸਮਝ ਦਿੱਤੀ। 10ਵਾਂ ਦੁਆਰ ਦਿਖਾਇਆ ਦਾ ਮਤਲਬ ਉਹਨਾਂ ਨੂੰ ਗਿਆਨ ਦੀ ਦਾਤ ਬਖਸ਼ਿਸ਼ ਕੀਤੀ। ਗਿਆਨ ਦੀ ਦਾਤ ਦਾ ਮਤਲਬ
ਗਿਆਨ ਦੀ ਸਹੀ ਵਰਤੋਂ ਕਰਨਾ। ਦੇਖੋ ਗਿਆਨ ਸਾਰਿਆਂ ਦੇ ਕੋਲ ਹੈ, ਜਿਵੇਂ ਅਸੀਂ ਇਹ ਚੀਜ਼ਾਂ ਪਹਿਲਾਂ ਵਿਚਾਰ ਚੁੱਕੇ ਹਾਂ ਕਿ ਗਿਆਨ ਹਰ ਬੰਦੇ ਦੇ ਕੋਲ ਹੈ। ਗਿਆਨ ਚੋਰਾਂ ਦੇ ਕੋਲ ਵੀ ਹੈ। ਜੇ ਉਹਨਾਂ ਕੋਲ ਗਿਆਨ ਨਾ ਹੋਵੇ ਤੇ ਚੋਰੀ ਨਹੀਂ ਕਰ ਸਕਦੇ, ਕਿਉਂਕਿ ਚੋਰੀ ਕਰਨ ਲਈ ਵੀ ਅਕਲ ਤੇ ਚਾਹੀਦੀ ਹੈ। ਜਿਹੜੇ ਰਿਸ਼ਵਤ ਲੈਂਦੇ ਨੇ, ਗਿਆਨ ਉਹਨਾਂ ਕੋਲ ਵੀ, ਜੇ ਗਿਆਨ ਨਾ ਹੋਏ ਤਾਂ ਨੌਕਰੀ ਪੇਸ਼ੇ ਤੇ ਥੋੜਾ ਜਾ ਸਕਦੇ ਨੇ। ਗਿਆਨ ਉਹਨਾਂ ਲੋਕਾਂ ਦੇ ਕੋਲ ਵੀ ਹੈ ਜੋ ਜੇਬ ਕਤਰਦੇ ਨੇ, ਜੋ ਠੱਗੀਆਂ ਮਾਰਦੇ ਨੇ, ਜੋ ਬੰਬ ਧਮਾਕੇ ਕਰਦੇ ਨੇ, ਜੋ ਲੋਕਾਂ ਦੇ ਖਾਤੇ ਹੈਕ ਕਰ ਲੈਂਦੇ ਨੇ। ਗਿਆਨ ਉਹਨਾਂ ਕੋਲ ਵੀ ਹੈ, ਪਰ ਉਹ ਗਿਆਨ ਦੀ ਦੁਰਵਰਤੋਂ ਕਰ ਰਹੇ ਨੇ। ਉਹ ਗਿਆਨ ਦੀ ਸਹੀ ਵਰਤੋਂ ਨਹੀਂ ਨਾ ਕਰ ਰਹੇ, ਗਿਆਨ ਦੀ ਦੁਰਵਰਤੋਂ ਕਰ ਰਹੇ ਨੇ। ਤਾਂ ਗੁਰਦੁਆਰੇ ਲਾਏ ਭਾਵਨੀ ਇੱਕ ਨਾ 10ਵਾਂ ਦੁਆਰ ਦਿਖਾਇਆ ਦਾ ਅੰਤਰੀਵ ਭਾਵ ਹੈ ਕਿ ਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਲਾ ਕੇ ਇਕਨਾਂ ਨੂੰ ਗਿਆਨ ਦੀ ਸਹੀ ਵਰਤੋਂ ਕਰਨ ਦੀ ਸੂਝ ਬਖਸ਼ੀ। ਉਹਨਾਂ ਨੇ ਗਿਆਨ ਦੀ ਸਹੀ ਵਰਤੋਂ ਕੀਤੀ। ਗੁਰਦੇਵ ਪਾਤਸ਼ਾਹ ਜੀ ਅਗਲਾ ਬਚਨ ਕਰਦੇ ਨੇ, ਤਹ ਅਨੇਕ ਰੂਪ ਨਾਉ ਨਵਨਿਧ ਇਸ ਦਾ ਅੰਤ ਨਾ ਜਾਈ ਪਾਇਆ। ਤਹ ਦਾ ਮਤਲਬ ਉਸ ਅਵਸਥਾ ਵਿੱਚ ਜਿੱਥੇ ਬੰਦਾ ਗਿਆਨ ਦੀ ਵਰਤੋਂ ਸਹੀ ਕਰਦਾ ਹੈ। ਤਹ ਅਨੇਕ ਰੂਪ, ਅਨੇਕ ਰੂਪ ਦਾ ਮਤਲਬ ਉੱਥੇ ਬੰਦੇ ਨੂੰ ਇਸ ਚੀਜ਼ ਦੀ ਸਮਝ ਆਈ ਕਿ ਜੋ ਕਰਤਾ ਹੈ ਉਹ ਅਨੇਕ ਰੂਪਾਂ ਦੇ ਅੰਦਰ ਸਮਾਇਆ ਹੋਇਆ ਹੈ, ਇੱਕੋ ਹੀ ਸਮਾਇਆ ਹੈ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜੋ ਆਇਆ, ਜਿਨੇ ਗਿਆਨ ਦੀ ਸਹੀ ਵਰਤੋਂ ਕੀਤੀ, ਉਹਨੂੰ ਸਮਝ ਆ ਗਈ ਤਹ ਅਨੇਕ ਰੂਪ, ਉੱਥੇ ਅਨੇਕਾਂ ਰੂਪਾਂ ਦੇ ਅੰਦਰ ਇੱਕ ਸਮਾਇਆ ਹੋਇਆ ਹੈ ਰੱਬ। ਜਿਵੇਂ ਅਸੀਂ ਜਪਜੀ ਸਾਹਿਬ ਜੀ ਦੇ ਆਰੰਭ ਵਿੱਚ ਇੱਕ ਓੰਕਾਰ ਦੀ ਵਿਚਾਰ ਕੀਤੀ ਸੀ ਕਿ ਉਹ ਇੱਕ ਹੀ ਫੈਲਿਆ ਹੋਇਆ ਹੈ। ਜਿਵੇਂ ਅਸੀਂ ਸਮਗਰ ਬਾਣੀ ਨੂੰ ਪੜ੍ਹਦੇ ਹਾਂ ਤਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਸਾਨੂੰ ਪ੍ਰਭੂ ਦੀ ਸਰਬ ਵਿਆਪਕਤਾ ਪ੍ਰਤੱਖ ਨਜ਼ਰੀ ਪੈਂਦੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਧੰਨ ਗੁਰੂ ਰਾਮਦਾਸ ਜੀ ਬਚਨ ਕਰਦੇ ਨੇ, ਆਪੇ ਮਾਛੀ ਮਛਲੀ ਆਪੇ ਪਾਣੀ ਜਾਲ। ਧੰਨ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ, ਜੋ ਦਿਸੈ ਸੋ ਤੇਰਾ ਰੂਪ। ਧੰਨ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਬਚਨ ਹੈ, ਘਟ ਘਟ ਮੈਂ ਹਰ ਜੂ ਬਸੈ, ਹਰ ਹਿਰਦੇ ਵਿੱਚ ਵਸ ਰਿਹਾ ਹੈ। ਭਗਤ ਨਾਮਦੇਵ ਜੀ ਦਾ ਪਾਵਨ ਬਚਨ ਹੈ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਯਾਨੀ ਹਰ ਥਾਂ ਦੇ ਉੱਤੇ ਉਹ ਮਾਲਕ ਸਮਾਇਆ ਹੋਇਆ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਭਗਤ ਕਬੀਰ ਜੀ ਸਾਨੂੰ ਇਹ ਸੰਦੇਸ਼ ਦਿੰਦੇ ਹਨ ਕਿ ਲੋਗਾ ਪਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਿਕ। ਯਾਨੀ ਅਨੇਕਾਂ ਰੂਪਾਂ ਦੇ ਅੰਦਰ ਇੱਕੋ ਹੀ ਹੈ। ਆ ਸਾਰੇ ਜਿੰਨੇ ਸਾਨੂੰ ਰੂਪ ਨਜ਼ਰੀ ਪੈ ਰਹੇ ਨੇ, ਇਹ ਸਾਰੇ ਇੱਕ ਦੇ ਹੀ ਰੂਪ ਨੇ, ਇੱਕ ਹੀ ਸਮਾਇਆ ਹੋਇਆ ਹੈ। ਇਹ ਬੰਦੇ ਨੂੰ ਪੈਂਦੀ ਹੈ ਸਮਝ ਜਦੋਂ ਗੁਰੂ ਦੇ ਚਰਨਾਂ ਦੀ ਹਾਜ਼ਰੀ ਵਿੱਚ ਜਾਂਦਾ ਹੈ, ਯਾਨੀ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਗਿਆਨ ਦੀ ਸਹੀ ਵਰਤੋਂ ਕਰਦਾ ਹੈ, ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ ਜ਼ਿੰਦਗੀ ਜੀਂਦਾ ਹੈ। ਜੇ ਸੌਖੇ ਸ਼ਬਦਾਂ ਵਿੱਚ ਕਹੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਦਿੱਤੀ ਪਾਵਨ ਬਾਣੀ ਦੇ ਵਿੱਚ ਵੇ ਆਫ ਲਾਈਫ ਨੂੰ ਅਪਣਾਉਂਦਾ ਹੈ, ਤਾਂ ਫਿਰ ਕੀ ਇਹ ਹੈ ਅਨੇਕ ਰੂਪ ਨਾਉ ਨਵਨਿਧ। ਨਾਉ ਦਾ ਮਤਲਬ ਹੁਕਮ, ਨਵਨਿਧ ਦਾ ਮਤਲਬ 9 ਨਿਧੀਆਂ। 9 ਨਿਧੀਆਂ ਖਜ਼ਾਨੇ, ਭਾਵ ਕਿ ਪਦਾਰਥਾਂ ਦੇ ਜੋ ਸੁੱਖ ਨੇ, ਉਸ ਅਵਸਥਾ ਦੇ ਵਿੱਚ ਸਾਨੂੰ ਸਮਝ ਪੈਂਦੀ ਹੈ ਕਿ ਜਿਹੜਾ ਰੱਬ ਦਾ ਨਾਮ ਹੈ, ਰੱਬ ਦਾ ਹੁਕਮ ਹੈ। ਨਾਉ ਦਾ ਮਤਲਬ ਇੱਥੇ ਹੁਕਮ, ਹੁਕਮ ਦਾ ਮਤਲਬ ਸਿਸਟਮ, ਕਿ ਉਹ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਤੇ ਉੱਥੇ ਕਿੰਨੇ ਕੁ ਸੁੱਖ ਨੇ, ਤਿਸ ਦਾ ਅੰਤ ਨਾ ਜਾਈ ਪਾਇਆ, ਉਹਨਾਂ ਦਾ ਅੰਤ ਨਹੀਂ ਪਾਇਆ ਜਾਂਦਾ। ਜੇ ਕੋਈ ਇਸ ਸੰਸਾਰ ਦਾ ਅੰਤ ਪਾਉਣਾ ਚਾਹੇ, ਇਸ ਬਾਰੇ ਅਸੀਂ ਕਾਫੀ ਲੰਬੀ ਚੌੜੀ ਵਿਚਾਰ ਕਰ ਚੁੱਕੇ ਹਾਂ ਕਿ ਜੇ ਕੋਈ ਇਸ ਚੀਜ਼ ਦਾ ਅੰਤ ਪਾਉਣਾ ਚਾਹੇ ਤਾਂ ਅਸੀਂ ਉਹਦਾ ਅੰਤ ਨਹੀਂ ਪਾ ਸਕਦੇ। ਨਾ ਪਦਾਰਥਾਂ ਦਾ, ਨਾ ਸ਼ਕਤੀ ਦਾ, ਨਾ ਗੁਣਾਂ ਦਾ, ਨਾ ਸੰਸਾਰ ਦੀ ਅਨੰਤਤਾ ਦਾ, ਕਿਸੇ ਵੀ ਚੀਜ਼ ਦਾ ਤੇ ਅੰਤ ਨਹੀਂ ਹੈ ਨਾ। ਊੜਾ ਊੜ ਚੜਾ ਆਕਾਸ਼ 'ਚ ਮੈਂ ਉੱਡਦਾ ਫਿਰਾਂ, ਆਕਾਸ਼ਾਂ ਦੀਆਂ ਉਡਾਰੀਆਂ ਲਾਂਦਾ ਫਿਰਾਂ, ਤਾਂ ਰੱਬ ਦਾ ਅੰਤ ਥੋੜੀ ਪੈ ਜਾਣਾ। ਪੰਖੀ ਹੋਏ ਕੇ ਜੇ ਭਵਾਂ, ਸੈਸ ਮਾਨੀ ਜਾਉ, ਨਦਰੀ ਕਿਸੇ ਨਾ ਆਵੋ, ਨਾ ਕਿਛ ਪੀਆਂ ਨਾ ਖਾਉ, ਕਿ ਤੇਰੀ ਕੀਮਤ ਨਾ ਪਵੇ ਹੁਣ ਕੇ ਵੱਡਾ ਖਾਉ। ਤਾਂ ਉਸ ਗਿਆਨ ਵਾਲੀ ਅਵਸਥਾ ਦੇ ਵਿੱਚ ਸਮਝ ਪੈਂਦੀ ਹੈ ਕਿ ਇੱਕ ਹੀ ਸਾਰਿਆਂ ਦੇ ਅੰਦਰ ਸਮਾਇਆ ਹੋਇਆ। ਸੰਸਾਰ ਦੇ ਅੰਦਰ ਪ੍ਰਭੂ ਦਾ ਹੁਕਮ ਵਰਤ ਰਿਹਾ ਹੈ। ਉਹਦਾ ਹੁਕਮ ਅਨੰਤ ਸੁੱਖਾਂ ਦਾ, ਦਾਤਾਂ ਦਾ ਖਜ਼ਾਨਾ ਹੈ।
ਤੇ ਉਹਦੇ ਹੁਕਮ ਦਾ ਅੰਤ ਨਹੀਂ ਪਾਇਆ ਜਾਂਦਾ, ਤਿਸ ਦਾ ਅੰਤ ਨਾ ਜਾਈ ਪਾਇਆ, ਉਹਦਾ ਅੰਤ ਨਹੀਂ ਪਾਇਆ ਜਾਂਦਾ। ਜਦੋਂ ਅਸੀਂ ਗਿਆਨ ਦੀ ਵਰਤੋਂ ਕਰਾਂਗੇ ਤਾਂ ਸਾਨੂੰ ਸਮਝ ਆਏਗੀ। ਗੁਰੂ ਜੀ ਨੇ ਗਿਆਨ ਖੰਡ ਵਿੱਚ ਕਿਹਾ ਹੈ ਨਾ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਕੂੜ ਆਨੰਦ। ਕਿੰਨਾ ਕੁਛ ਉੱਥੇ ਸਾਨੂੰ ਸਮਝ ਪੈਂਦਾ ਗਿਆਨ ਵਾਲੀ ਅਵਸਥਾ ਵਿੱਚ। ਅਗਲਾ ਬਚਨ ਕਰਦੇ ਨੇ, ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣੀ। ਧੰਨ ਗੁਰੂ ਨਾਨਕ ਪਾਤਸ਼ਾਹ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਬਚਨ ਕਰਦੇ ਨੇ ਕਿ ਇਹ ਨਾਨਕ ਆਖ ਹਰੀ ਪਿਆਰੇ ਨੇ ਜੀਵ ਨੂੰ ਸਰੀਰ ਗੁਫਾ ਵਿੱਚ ਰੱਖ ਕੇ, ਭਾਵ ਸਰੀਰ ਦੇ ਅੰਦਰ ਜਿੰਦ ਪਾ ਕੇ ਵਾਜਾ ਪਾਉਣ ਵਜਾਇਆ ਦਾ ਮਤਲਬ ਬੋਲਣ ਦੀ ਸ਼ਕਤੀ ਦਿੱਤੀ। ਤਾਂ ਇਹ ਸਾਰੇ ਪੌੜੀ ਦਾ ਭਾਵ ਹੈ ਕਿ ਰੱਬ ਦੇ ਹੁਕਮ ਦੇ ਅੰਦਰ ਸਰੀਰ ਦੀ ਰਚਨਾ ਹੋਈ ਹੈ। ਸਰੀਰ ਦੇ 9 ਦੁਆਰੇ 9 ਗੋਲਕਾਂ ਪ੍ਰਗਟ ਨੇ। 10ਵਾਂ ਜੋ ਦੁਆਰ, 10ਵਾਂ ਗਿਆਨ ਇੰਦਰਾ ਦਿਮਾਗ ਹੈ, ਉਹਨੂੰ ਗੁਰਦੇਵ ਨੇ ਗੁਪਤ ਰੱਖਿਆ ਹੈ, ਰੱਬ ਨੇ ਗੁਪਤ ਰੱਖਿਆ ਹੈ, ਉਹ ਪ੍ਰਗਟ ਨਹੀਂ ਹੈ ਬਾਹਰ। ਗਿਆਨ ਦੀ ਵਰਤੋਂ ਅਸਾਂ ਕਰਨੀ ਹੈ। ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ ਉਹਨੂੰ ਇਸ ਚੀਜ਼ ਦੀ ਸਮਝ ਆ ਜਾਂਦੀ ਹੈ ਤੇ ਉਹ ਫਿਰ ਆਪਣੇ ਦਿਮਾਗ ਨੂੰ, ਆਪਣੀ ਅਕਲ ਨੂੰ, ਗਿਆਨ ਦੀ ਉਹ ਸਹੀ ਵਰਤੋਂ ਕਰਦਾ ਹੈ। ਤੇ ਜਦੋਂ ਉਹ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਫਿਰ ਉਹਨੂੰ ਸਮਝ ਪੈ ਜਾਂਦੀ ਹੈ ਕਿ ਇੱਕ ਹੀ ਪ੍ਰਭੂ ਇਸ ਸੰਸਾਰ ਦੇ ਅੰਦਰ ਸਮਾਇਆ ਹੋਇਆ ਹੈ। ਜਦੋਂ ਇਸ ਚੀਜ਼ ਦੀ ਸਮਝ ਪੈਂਦੀ ਹੈ ਤਾਂ ਉਹਦੀ ਜ਼ਿੰਦਗੀ ਚੋਂ ਮੇਰ ਤੇਰ ਦੇ ਵਿਤਕਰੇ ਮਿਟਦੇ ਨੇ। ਉਹ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ। ਉਹਦੀ ਪ੍ਰੀਤ ਯਾਨੀ ਉਹ ਇੱਕੋ ਨਜ਼ਰੀਏ ਦੇ ਨਾਲ ਸਾਰਿਆਂ ਨੂੰ ਫਿਰ ਤੱਕਦਾ ਹੈ। ਮੇਰ ਤੇਰ ਦੇ ਵਿਤਕਰੇ ਉਹਦੇ ਮਿਟ ਜਾਂਦੇ ਨੇ ਔਰ ਉਹਨੂੰ ਸਮਝ ਪੈ ਜਾਂਦੀ ਹੈ ਕਿ ਰੱਬ ਦਾ ਹੁਕਮ ਬਣਾਇਆ ਹੋਇਆ ਸਿਸਟਮ, ਕੁਦਰਤ ਦੇ ਨੇਮ ਇਸ ਸੰਸਾਰ ਦੇ ਅੰਦਰ ਸਾਰਿਆਂ ਵਾਸਤੇ ਇੱਕੋ ਜਿਹੇ ਵਰਤ ਰਹੇ ਨੇ। ਔਰ ਜੋ ਇਹ ਰੱਬ ਦਾ ਹੁਕਮ ਹੈ ਇਹ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਜੇ ਰੱਬੀ ਰਜ਼ਾ ਦੇ ਅੰਦਰ ਤੁਰਿਆ ਜਾਏ ਔਰ ਇਹਨਾਂ ਕਾਨੂੰਨਾਂ ਦੀ ਪਾਲਣਾ ਕੀਤੀ ਜਾਏ ਤਾਂ ਮਨੁੱਖ ਸੁਖੀ ਔਰ ਸ਼ਾਂਤ ਆਨੰਦਿਤ ਰਹਿ ਸਕਦਾ ਹੈ ਤੇ ਇੰਨੇ ਕੁ ਸੁੱਖ, ਇੰਨੇ ਕੁ ਆਨੰਦ, ਖੇੜੇ, ਪ੍ਰਸੰਨਤਾ ਪਾ ਸਕਦਾ ਹੈ ਜਿਸ ਦਾ ਕੋਈ ਅੰਤ ਹੀ ਨਹੀਂ ਹੈ। ਤਾਂ ਇਸ ਪਾਵਨ ਪੌੜੀ ਰਾਹੀਂ ਸਾਡੇ ਜੀਵਨ ਦੇ ਅੰਦਰ ਆਨੰਦ ਪੈਦਾ ਕਰਨ ਦਾ ਜੋ ਸਾਧਨ ਹੈ ਉਹ ਹੈ ਗੁਰੂ ਦਾ ਗਿਆਨ। ਗੁਰੂ ਦੇ ਗਿਆਨ ਰਾਹੀਂ ਰੱਬੀ ਹੁਕਮ ਦੀ ਸੂਝ, ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀਣੀ, ਸਾਰਿਆਂ ਦੇ ਅੰਦਰ ਇੱਕ ਨੂੰ ਤੱਕਣਾ, ਇਹ ਆਨੰਦ ਦਾ ਮੂਲ ਹੈ। ਇਸ ਤਰ੍ਹਾਂ ਸਾਡੀ ਜ਼ਿੰਦਗੀ ਦੇ ਅੰਦਰ ਆਨੰਦ, ਖੇੜੇ ਔਰ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਅਸੀਂ ਉਸ ਪ੍ਰਭੂ ਦੇ ਅੰਦਰ ਲੀਨ ਹੋ ਜਾਂਦੇ ਹਾਂ। ਜਿਹੜੀਆਂ ਸਮਾਧੀਆਂ ਵਗੈਰਾ ਨੇ ਉਹਨਾਂ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ ਔਰ ਜੋ ਦਸਮ ਦੁਆਰ ਵਿੱਚ ਪ੍ਰਾਣ ਚੜਾਣੇ ਉਤਾਰਨੇ ਨੇ ਉਹਨਾਂ ਦਾ ਇਹਦੇ ਨਾਲ ਕੋਈ ਨਾਤਾ ਨਹੀਂ ਹੈ ਤੇ ਨਾ ਹੀ ਯੋਗੀਆਂ ਵਾਲੇ ਦਸਮ ਦੁਆਰ ਨੂੰ ਗੁਰਮਤ ਨੇ ਪ੍ਰਵਾਨ ਕੀਤਾ ਹੈ। ਦਸਮ ਦੁਆਰ ਦਾ ਮੀਨਿੰਗ ਹੈ ਸਾਡਾ ਬ੍ਰੇਨ, ਸਾਡਾ ਦਿਮਾਗ। ਹੁਣ ਅਗਲੀ ਪੌੜੀ 39 ਵਿੱਚ ਗੁਰੂ ਜੀ ਕਹਿੰਦੇ ਨੇ, ਇਹ ਸਾਚਾ ਸੋਹਿਲਾ ਸਾਚੈ ਕਰ ਗਾਵੇ। ਸੋਹਿਲਾ ਦਾ ਮਤਲਬ ਖੁਸ਼ੀ ਦਾ ਗੀਤ। ਜਿਸ ਤਰ੍ਹਾਂ ਹੀ ਜ਼ਿੰਦਗੀ ਵਿੱਚ ਖੁਸ਼ੀ ਪੈਦਾ ਹੋਏ, ਪ੍ਰਭੂ ਦੀ ਸਿਫਤ ਸਲਾਹ, ਇਹ ਸਾਚਾ ਸੋਹਿਲਾ, ਇਹ ਜੋ ਆਨੰਦ ਦੀ ਪਾਵਨ ਬਾਣੀ ਦੇ ਅੰਦਰ ਸਾਨੂੰ ਸਮਝਾਇਆ ਗਿਆ ਹੈ, ਜੋ ਪ੍ਰਭੂ ਦੀ ਸਿਫਤ ਸਲਾਹ ਹੈ, ਰੱਬੀ ਗੁਣ ਗਾਣੇ ਨੇ, ਰੱਬੀ ਰਜ਼ਾ ਦੇ ਵਿੱਚ ਰਹਿਣਾ ਹੈ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ ਹੈ, ਜੋ ਕੁਛ ਵੀ ਰੱਬ ਦੀ ਸਿਫਤ ਸਲਾਹ, ਰੱਬੀ ਗੁਣਾਂ ਨੂੰ ਅਪਣਾਣਾ। ਸਿਫਤ ਸਲਾਹ ਦਾ ਮਤਲਬ ਹੀ ਇਹ ਹੈ ਕਿ ਸ਼ੁਭ ਸੋਚਣਾ, ਸ਼ੁਭ ਬੋਲਣਾ, ਸ਼ੁਭ ਕਰਨਾ, ਯਾਨੀ ਮਨ, ਬਚਨ ਔਰ ਕਰਮ ਕਰਕੇ ਸੱਚ ਦੇ ਨਾਲ ਜੁੜ ਜਾਣਾ। ਤਾਂ ਗੁਰੂ ਜੀ ਕਹਿੰਦੇ ਨੇ ਰੱਬ ਦੀ ਜੋ ਸਿਫਤ ਸਲਾਹ ਹੈ ਨਾ, ਸਾਚੇ ਘਰ ਗਾਵੋ, ਸੱਚੇ ਦੇ ਘਰ ਵਿੱਚ ਗਾਓ, ਸੱਚੇ ਘਰ ਦੇ ਅੰਦਰ। ਹੁਣ ਇਹ ਦੋ ਚੀਜ਼ਾਂ ਨੇ। ਦੇਖੋ, ਸਾਡਾ ਘਰ ਦਾ ਮਤਲਬ ਸੋਚ, ਸਾਡੀ ਸੋਚ ਹੈ ਨਾ, ਇਹ ਸੱਚੀ ਵੀ ਹੋ ਸਕਦੀ ਹੈ, ਝੂਠੀ ਵੀ ਹੋ ਸਕਦੀ ਹੈ। ਵੈਸੇ ਘਰ ਦੇ ਗੁਰਬਾਣੀ ਦੇ ਅੰਦਰ 8-9 ਅਰਥਾਂ ਦੇ ਵਿੱਚ ਘਰ ਸ਼ਬਦ ਨੂੰ ਵਰਤਿਆ ਗਿਆ ਹੈ। ਮੈਂ ਥੋੜਾ ਜਿਹਾ ਆਪ ਦੇ ਨਾਲ ਸਾਂਝਾ ਕਰਦੇ ਹਾਂ। ਜਿਵੇਂ ਹੈ ਨਾ, ਘਰ ਮੈਂ ਸੂਖ ਬਾਹਰ ਫੁਨ ਸੁਖਾ, ਤਾਂ ਇੱਥੇ ਘਰ ਸ਼ਬਦ ਦਾ ਅਰਥ ਹੈ ਮਕਾਨ, ਜਿਹੜੇ ਸਾਡੇ ਰਹਿਣ ਵਾਲੇ ਮਕਾਨ ਨੇ। ਦੂਜਾ ਘਰ ਦਾ ਅਰਥ ਹੈ ਘਰ ਮੈਂ ਪੰਚ ਵਰਤਦੇ, ਇੱਥੇ ਘਰ ਦਾ ਅਰਥ ਮਤਲਬ ਸਾਡਾ ਸਰੀਰ। ਤੀਜਾ ਘਰ ਸ਼ਬਦ ਹੈ ਘਰ ਮੈਂ ਘਰ ਦੇ ਖਾਏ ਦੇ, ਇੱਥੇ ਘਰ ਦਾ ਅਰਥ ਹੈ ਸਾਡੀ ਮੈਂਟੈਲਿਟੀ, ਮਾਨਸਿਕਤਾ, ਹਿਰਦਾ। ਚੌਥਾ ਘਰ ਦਾ ਮੀਨਿੰਗ ਹੈ ਸੋ ਘਰ
ਗੁਰ ਨਾਨਕ ਕੋ ਦਿਆ। ਇੱਥੇ ਘਰ ਦਾ ਮਤਲਬ ਹੈ ਰੁਤਬਾ, ਕਿ ਗੁਰੂ ਜੀ ਨੇ ਉਹ ਰੁਤਬਾ ਦਾਸ ਨਾਨਕ ਨੂੰ ਦਿੱਤਾ। ਤੇ ਘਰ ਦਾ ਪੰਜਵਾਂ ਮੀਨਿੰਗ ਹੈ 6 ਘਰ 6 ਗੁਰ 6 ਉਪਦੇਸ਼। ਇੱਥੇ ਘਰ ਦਾ ਮਤਲਬ ਹੈ ਸ਼ਾਸਤਰ। 6ਵਾਂ ਘਰ ਦਾ ਮੀਨਿੰਗ ਹੈ 72 ਘਰ ਇੱਕ ਪੁਰਖ ਸਮਾਇਆ। ਇੱਥੇ ਘਰ ਦਾ ਮਤਲਬ ਹੈ ਸਰੀਰ ਦੇ ਪ੍ਰਧਾਨ ਅੰਗ। ਤਾਂ ਇਸ ਤਰ੍ਹਾਂ ਘਰ ਦੇ ਜੋ 6-7 ਮੀਨਿੰਗ ਸਾਨੂੰ ਗੁਰਬਾਣੀ ਦੇ ਵਿੱਚ ਮਿਲਦੇ ਨੇ। 2 ਮੀਨਿੰਗ ਹੋਰ ਲਿਖੇ ਨੇ ਭਾਈ ਕਾਨ ਸਿੰਘ ਜੀ ਨਾਭਾ ਨੇ ਘਰ ਦੇ, ਸਰਗਮ ਪ੍ਰਸਥਾਰ ਔਰ ਤਾਲ। ਲੇਕਿਨ ਅਸਲ ਦੇ ਅੰਦਰ ਜੋ ਘਰ ਸ਼ਬਦ ਆਉਂਦਾ ਨਾ, ਘਰ ਦੂਜਾ ਤੀਜਾ ਚੌਥਾ, ਉਹਦਾ ਮੀਨਿੰਗ ਹੁੰਦਾ ਹੈ ਤਾਲੀ। ਘਰ ਤੀਜਾ, ਇਹਦਾ ਮਤਲਬ ਜਿਸ ਤਾਲ ਦੇ ਅੰਦਰ 3 ਤਾਲੀਆਂ ਨੇ, ਜਿਵੇਂ 16 ਮਾਤਰਾ ਹੈ ਨਾ, 3 ਤਾਲ 16 ਮਾਤਰਾ, ਇਹਦੇ ਵਿੱਚ ਇੱਕ ਖਾਲੀ ਹੈ ਤੇ 3 ਤਾਲੀਆਂ ਨੇ। ਜਿਸ ਤਾਲ ਦੇ ਅੰਦਰ ਜਿੰਨੀਆਂ ਤਾਲੀਆਂ ਹੋਣ ਉਹਨੂੰ ਉਹ ਘਰ ਕਹਿੰਦੇ ਨੇ। ਇਹ ਸੰਗੀਤ ਦੇ ਵਿੱਚ ਇਹਦਾ ਸੰਬੰਧ ਹੈ। ਤਾਂ ਜਿਹੜਾ ਇੱਥੇ ਗੱਲ ਕਿਹਾ ਜਾ ਰਿਹਾ ਹੈ, ਇਹ ਸਾਚਾ ਸੋਹਿਲਾ ਸਾਚੇ ਕਰ ਗਾਵੋ, ਇਹ ਜੋ ਪ੍ਰਭੂ ਦੀ ਸਿਫਤ ਸਲਾਹ ਹੈ ਨਾ, ਇਹ ਸੱਚੇ ਘਰ ਦੇ ਅੰਦਰ ਗਾਓ। ਸੱਚੇ ਘਰ ਦਾ ਮਤਲਬ ਸੱਚੇ ਹਿਰਦੇ ਦੇ ਨਾਲ, ਸੱਚੀ ਮਾਨਸਿਕਤਾ ਦੇ ਨਾਲ, ਸੱਚੀ ਸੋਚ ਦੇ ਨਾਲ। ਕਈ ਵਾਰ ਐਸਾ ਹੁੰਦਾ ਹੈ ਕਿ ਅਸੀਂ ਜ਼ਬਾਨੀ ਗੱਲਾਂ ਕਰੀ ਜਾਂਦੇ ਹਾਂ, ਅਸੀਂ ਜ਼ਬਾਨੀ ਧਰਮ ਦੀਆਂ ਗੱਲਾਂ ਕਰਦੇ ਹਾਂ। ਤੇ ਜੇ ਹੁਣ ਨਿਰੀਆਂ ਅਸੀਂ ਧਰਮ ਦੀਆਂ ਗੱਲਾਂ ਜ਼ਬਾਨੀ ਕਰੀ ਜਾਈਏ ਤਾਂ ਉਹਨਾਂ ਗੱਲਾਂ ਦੇ ਨਾਲ ਤੇ ਕੁਝ ਬਣਨਾ ਨਹੀਂ। ਜੇ ਅਸੀਂ ਗੱਲਾਂ ਦੇ ਨਾਲ ਕਹੀ ਜਾਈਏ ਕਿ ਹੁਣ ਮੈਂ ਪਤੀਲਾ ਚੱਕ ਲਿਆ ਹੈ, ਲੇਕਿਨ ਚੱਕੀਏ ਨਾ, ਗੱਲਾਂ ਕਰੀ ਜਾਈਏ, ਮੈਂ ਜੀ ਹੁਣ ਪਤੀਲਾ ਚੱਕ ਲਿਆ, ਪਤੀਲੇ ਦੇ ਵਿੱਚ ਮੈਂ ਚੌਲ ਧੋ ਕੇ ਪਾ ਦਿੱਤੇ ਨੇ ਪਾਈਆ, ਹੁਣ ਉਹਦੇ ਵਿੱਚ ਮੈਂ 2 ਕਿਲੋ ਦੁੱਧ ਪਾ ਦਿੱਤਾ ਹੈ, ਕਿ ਮੈਂ ਗੈਸ ਔਨ ਕਰ ਲਈ ਹੈ, ਮੈਂ ਪਤੀਲਾ ਉੱਤੇ ਰੱਖ ਦਿੱਤਾ ਹੈ, ਮੈਂ ਇਹਦੇ ਵਿੱਚ ਮੇਵੇ ਮਨੱਕੇ ਕਿਸਮਿਸ ਵਗੈਰਾ ਪਾ ਦਿੱਤੇ ਨੇ, ਮੈਂ ਕੜਛੀ ਹਿਲਾਈ ਜਾ ਰਿਹਾ ਹਾਂ, ਥੱਲੇ ਜਿਹੜੀ ਅੱਗ ਬਲੀ ਜਾ ਰਹੀ ਹੈ ਔਰ ਖੀਰ ਤਿਆਰ ਹੋ ਰਹੀ ਹੈ। ਹੁਣ ਖੀਰ ਤਿਆਰ ਹੋ ਗਈ ਹੈ ਤੇ ਲਿਆਓ ਥਾਲੀਆਂ ਤੇ ਖੀਰ ਪਾਈਏ। ਤਾਂ ਇਸ ਤਰ੍ਹਾਂ ਖੀਰ ਥੋੜਾ ਬਣ ਜਾਏ ਜੇ ਅਸੀਂ ਗੱਲਾਂ ਕਰੀ ਜਾਈਏ, ਲੇਕਿਨ ਨਾ ਪਤੀਲਾ ਚੱਕੀਏ, ਨਾ ਚੌਲ ਵਿੱਚ ਪਾਈਏ, ਨਾ ਦੁੱਧ ਪਾਈਏ, ਨਾ ਗੈਸ ਔਨ ਕਰੀਏ, ਲੇਕਿਨ ਗੱਲਾਂ ਕਰੀ ਜਾਈਏ, ਤਾਂ ਗੱਲਾਂ ਦੇ ਨਾਲ ਖੀਰ ਥੋੜਾ ਬਣਨੀ। ਕਰਨਾ ਪਵੇਗਾ ਨਾ, ਇਹ ਸਾਰਾ ਕੰਮ ਕਰਨਾ ਪਵੇ। ਨੰਬਰ 2, ਪਹਿਲੀ ਗੱਲ ਕਿ ਗੱਲਾਂ ਬਾਤਾਂ ਨਾਲ ਨਹੀਂ, ਸੱਚੀ ਨੀਅਤ ਨਾਲ। ਦੂਜੀ ਗੱਲ ਹੁੰਦੀ ਹੈ ਕਿ ਮਜਬੂਰੀ ਨਾਲ ਕੋਈ ਕੰਮ ਕਰੀ ਜਾਣਾ, ਬਨਾਵਟੀ ਜਿਹਾ ਕੰਮ ਕਰਨਾ, ਵਿਖਾਵੇ ਦਾ, ਕਿ ਬਾਹਰੋਂ ਧਰਮੀ ਹੋਣਾ ਲੇਕਿਨ ਅੰਦਰੋਂ ਹੋਰ ਕੁਛ ਹੋਣਾ, ਅੰਦਰ ਹੋਰ ਤੇ ਬਾਹਰੋਂ ਹੋਰ। ਸਾਚੇ ਘਰ ਦਾ ਮਤਲਬ ਸੱਚੀ ਪ੍ਰੀਤ ਦੇ ਨਾਲ, ਸੱਚੀ ਮਾਨਸਿਕਤਾ ਦੇ ਨਾਲ, ਦਿਲੋਂ ਰੱਬ ਦੀ ਜਿਹੜੀ ਸਿਫਤ ਸਲਾਹ ਹੈ, ਦਿਲੋਂ ਗਾਓ, ਤੁਹਾਡੇ ਦਿਲ ਵਿੱਚ ਪ੍ਰੀਤ ਹੋਵੇ, ਤਨ ਮਨ ਧਨ ਕਰਕੇ ਇਹਨਾਂ ਗੁਣਾਂ ਨੂੰ ਅਪਣਾ ਲਓ, ਅੰਦਰੋਂ ਬਾਹਰੋਂ ਇੱਕ ਹੋਵੋ। ਇਹ ਸਾਚਾ ਸੋਹਿਲਾ ਸਾਚੇ ਕਰ ਗਾਵੋ। ਸੱਚੇ ਘਰ ਸਤਸੰਗਤ ਦੇ ਵਿੱਚ ਬੈਠ ਕੇ ਮਿਲ ਕੇ ਗੁਰੂ ਦੇ ਚਰਨਾਂ ਵਿੱਚ, ਔਰ ਸੱਚੀ ਪ੍ਰੀਤ ਦੇ ਨਾਲ ਗਾਓ, ਸੱਚੀ ਮਾਨਸਿਕਤਾ ਦੇ ਨਾਲ ਗਾਓ, ਵਿਖਾਵੇ ਵਾਸਤੇ ਨਹੀਂ। ਅਗਲਾ ਬਚਨ ਕਰਦੇ ਨੇ, ਸੱਚੋ ਧਿਆਵੇ ਗਾਵੋ ਤਾਂ ਸੋਹਿਲਾ ਘਰ ਸੱਚੇ, ਜਿੱਥੇ ਸਦਾ ਸੱਚ ਧਿਆਵੇ। ਸੱਚੇ ਹਿਰਦੇ ਦੇ ਨਾਲ ਇਹ ਸਿਫਤ ਸਲਾਹ ਕਰੋ, ਜਿੱਥੇ ਸੱਚੇ ਸਦਾ ਸੱਚ ਧਿਆਵੇ ਦਾ ਮਤਲਬ ਜਿੱਥੇ ਗੁਰੂ ਦੀ ਹਜ਼ੂਰੀ ਵਿੱਚ ਸੰਗਤ ਦੇ ਅੰਦਰ ਹਮੇਸ਼ਾ ਸੱਚ ਸਿਮਰਿਆ ਜਾਂਦਾ ਹੈ, ਸੱਚ ਦੀ ਗੱਲ ਕੀਤੀ ਜਾਂਦੀ ਹੈ, ਉਹ ਸਤ ਸੰਗਤ ਦੇ ਵਿੱਚ ਮਿਲੋ। ਜਿੱਥੇ ਸਦਾ ਸੱਚ ਧਿਆਵੇ ਦਾ ਦੂਜਾ ਭਾਵ ਹੈ ਕਿ ਜਿਸ ਮਾਨਸਿਕਤਾ ਦੇ ਅੰਦਰ ਸਦਾ ਸੱਚ ਹੋਵੇ, ਉਹ ਭਾਵਨਾ। ਇਹ ਨਹੀਂ ਕਿ ਕਦੇ ਤੇ ਮਨ ਦੇ ਵਿੱਚ ਆ ਗਿਆ ਕਿ ਸੱਚ ਬੋਲ ਲਵਾਂ ਤੇ ਦੂਜੇ ਪਲ ਆ ਗਿਆ ਕਿ ਨਹੀਂ ਛੱਡ ਪਰਾਂ, ਸੱਚ ਦਾ ਕੀ ਕਰਨਾ ਹੈ, ਝੂਠ ਬੋਲ ਲੈਂਦੇ ਆ, ਤਾਂ ਟਿਕਾਵ ਨਹੀਂ ਹੈ ਨਾ। ਕਈ ਵਾਰ ਬੰਦਾ ਹੁੰਦਾ ਜੇ ਲਾਭ ਹੋ ਰਿਹਾ ਹੈ ਤੇ ਸੱਚ ਬੋਲ ਲਿਆ, ਲੇਕਿਨ ਜੇ ਝੂਠ ਬੋਲਣ ਦੇ ਨਾਲ ਲਾਭ ਹੁੰਦਾ ਤੇ ਝੂਠ ਬੋਲ ਲਿਆ। ਤਾਂ ਇਹ ਟਿਕਾਵ ਵਾਲੀ ਅਵਸਥਾ ਨਹੀਂ ਹੈ। ਉਹ ਅਵਸਥਾ ਜਿੱਥੇ ਸੱਚ ਬਿਲਕੁਲ ਵਸਿਆ ਹੋਇਆ ਹੈ, ਬੇਸ਼ੱਕ ਫਿਰ ਕੋਈ ਆਰੇ ਨਾਲ ਚੀਰ ਦੇਵੇ ਪਰ ਸੱਚ ਨੂੰ ਬੰਦਾ ਛੱਡੇ ਨਾ, ਸੱਚ ਨੂੰ ਬੰਦਾ ਪੱਕੇ ਤੌਰ ਤੇ ਅਪਣਾ ਲਵੇ। ਉਸ ਅਵਸਥਾ ਦੇ ਯਾਨੀ ਬਾਣੀ ਦੇ ਉੱਤੇ ਅਮਲ ਕਰੋ ਉਸ ਪ੍ਰੀਤ ਦੇ ਨਾਲ। ਸੱਚੀ ਜ਼ਿੰਦਗੀ ਨੂੰ ਇਸ ਤਰ੍ਹਾਂ ਅਪਣਾਓ। ਇਹ ਨਹੀਂ ਕਿ ਗੱਲਾਂ ਕਰ ਲਈਆਂ ਸੱਚ ਦੀਆਂ, ਜਿਵੇਂ ਮੈਂ ਕਰ ਰਿਹਾ, ਗੱਲਾਂ ਤੇ ਕਰ ਲਵਾਂ ਲੇਕਿਨ ਇਹਨਾਂ ਤੇ ਅਮਲ ਨਾ ਕਰਾਂ।
ਤਾਂ ਫਿਰ ਮੈਨੂੰ ਇਸ ਚੀਜ਼ ਦਾ ਲਾਭ ਨਹੀਂ ਮਿਲਦਾ। ਉਸ ਅਵਸਥਾ ਦੇ ਵਿੱਚ ਟਿਕੋ ਜਿੱਥੇ ਸੱਚ ਦੇ ਨਾਲੋਂ ਕਦੇ ਸੰਬੰਧ ਨਾ ਟੁੱਟੇ, ਯਾਨੀ ਗੁਰੂ ਦੇ ਨਾਲ, ਗੁਰੂ ਗਿਆਨ ਦੇ ਨਾਲ ਹਮੇਸ਼ਾ ਜੁੜੇ ਰਹੋ। ਚੰਗੇ ਇਨਸਾਨਾਂ ਦੇ ਨਾਲ ਆਪਣੀ ਪ੍ਰੀਤ ਬਣਾਓ। ਗੁਰੂ ਦੀ ਸੰਗਤ ਦੇ ਵਿੱਚ ਜਿੱਥੇ ਸੱਚ ਦੀ ਗੱਲ ਹੁੰਦੀ ਹੈ ਉੱਥੇ ਤੁਸੀਂ ਟਿਕੋ ਔਰ ਸੱਚੀ ਸਿੱਤ ਸਲਾਹ ਗਾਓ। ਸੱਚੋ ਧਿਆਵੇਂ ਜਾ ਤੁਧ ਭਾਵੇਂ, ਗੁਰਮੁਖ ਜਿਨਾ ਬੁਝਾਵੇਂ। ਹੁਣ ਗੁਰੂ ਜੀ ਕਹਿੰਦੇ ਨੇ ਸੱਚ ਉਹ ਸਿਮਰਦੇ ਨੇ ਜਾਂ ਤੁਧ ਭਾਵੇਂ, ਜਿਨ੍ਹਾਂ ਨੂੰ ਤੂੰ ਪਿਆਰਾ ਲੱਗਦਾ ਹੈ, ਜੋ ਤੈਨੂੰ ਪਿਆਰੇ ਲੱਗਦੇ ਨੇ, ਜਿੱਥੇ ਤੇਰੀ ਸੱਚੀ ਪ੍ਰੀਤ ਹੈ। ਤੇ ਪ੍ਰਭੂ ਨੂੰ ਮੈਂ ਪਿਆਰਾ ਕਦੋਂ ਲੱਗਾਂਗਾ? ਜਦੋਂ ਮੈਂ ਰੱਬ ਦੀ ਰਜ਼ਾ ਵਿੱਚ ਤੁਰਾਂਗਾ, ਰੱਬ ਦੇ ਭਾਣੇ ਵਿੱਚ ਤੁਰਾਂਗਾ। ਸੱਚੋ ਧਿਆਵੇਂ ਜਾਂ ਤੁਧ ਭਾਵੇਂ, ਅਸਲ ਦੇ ਅੰਦਰ ਸੱਚ ਉਹ ਸਿਮਰ ਰਹੇ ਨੇ, ਸੱਚ ਨੂੰ ਉਹ ਯਾਦ ਕਰ ਰਹੇ ਨੇ ਜੋ ਤੈਨੂੰ ਭਾ ਰਹੇ ਨੇ, ਜੋ ਤੇਰੇ ਸਿਸਟਮ ਵਿੱਚ ਤੁਰ ਰਹੇ ਨੇ। ਤੇ ਜੇ ਰੱਬੀ ਰਜ਼ਾ ਦੇ ਵਿੱਚ ਕੋਈ ਤੁਰ ਨਹੀਂ ਰਿਹਾ, ਅਪਣਾ ਨਹੀਂ ਰਿਹਾ ਤੇ ਗੱਲਾਂ ਕਰ ਰਿਹਾ ਹੈ, ਤਾਂ ਇਹਦਾ ਮਤਲਬ ਉਹ ਸੱਚ ਨੂੰ ਧਿਆ ਨਹੀਂ ਰਿਹਾ, ਉਹ ਸੱਚ ਨੂੰ ਸਿਮਰ ਨਹੀਂ ਰਿਹਾ, ਕਿਉਂਕਿ ਗੱਲਾਂ ਕਰ ਰਿਹਾ ਹੈ। ਤਾਂ ਮੇਰੀਆਂ ਗੱਲਾਂ ਦੇ ਨਾਲ ਕੁਝ ਬਣਨਾ ਨਹੀਂ। ਜਿਵੇਂ ਅਸੀਂ ਇਸ ਚੀਜ਼ ਨੂੰ ਜੇ ਸਮਝਣਾ ਹੋਵੇ ਕਿ ਅਸੀਂ ਕਿੱਥੇ ਖੜੇ ਹਾਂ, ਤਾਂ ਉਹਦੇ ਵਾਸਤੇ ਇੱਕ ਹੀ ਚੀਜ਼ ਹੈ ਸਮਝਣ ਲਈ ਕਿ ਜੈਸੀ ਗੁਰਬਾਣੀ ਦੇ ਅੰਦਰ ਜ਼ਿੰਦਗੀ ਜੀਵਨੀ ਦਿੱਤੀ ਗਈ ਹੈ, ਕੀ ਮੇਰਾ ਜੀਵਨ, ਕੀ ਮੇਰੀ ਸੋਚ ਉਸੇ ਤਰ੍ਹਾਂ ਦੀ ਹੈ? ਜੋ ਕੁਝ ਮੈਂ ਬਾਹਰੋਂ ਬੋਲ ਰਿਹਾ ਕੀ ਮੈਂ ਉਸ ਦੇ ਉੱਤੇ ਅਮਲ ਕਰ ਰਿਹਾ ਹਾਂ? ਜੇ ਤਾਂ ਮੇਰੀ ਜ਼ਿੰਦਗੀ ਐਸੀ ਹੈ ਤਾਂ ਇਹਦਾ ਮਤਲਬ ਮੈਂ ਗੁਰੂ ਦੇ ਭਾਣੇ ਵਿੱਚ ਤੁਰ ਰਿਹਾ ਹਾਂ, ਗੁਰੂ ਦੇ ਬਚਨਾਂ ਨੂੰ ਮੰਨ ਰਿਹਾ ਹਾਂ, ਫਿਰ ਤਾਂ ਮੇਰਾ ਇਹ ਜੀਵਨ ਮੁਬਾਰਕ ਹੈ। ਤੇ ਜੇ ਮੇਰਾ ਵਿਸ਼ਵਾਸ ਗੁਰੂ ਤੇ ਨਹੀਂ, ਜੇ ਮੈਂ ਗੁਰੂ ਜੀ ਦੇ ਪਾਵਨ ਬਚਨਾਂ ਤੇ ਅਮਲ ਨਹੀਂ ਕਰਦਾ, ਝੂਠ ਫਰੇਬ ਕਰਦਾ ਹਾਂ, ਤਾਂ ਇਹਦਾ ਮਤਲਬ ਗੁਰੂ ਦੇ ਨਾਲ ਮੇਰੀ ਪ੍ਰੀਤ ਨਹੀਂ ਹੈ, ਗੁਰੂ ਨੂੰ ਮੈਂ ਚੰਗਾ ਨਹੀਂ ਲੱਗਦਾ। ਲੇਕਿਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੱਚੋ ਧਿਆਵੇਂ ਜਾ ਤੁਧ ਭਾਵੇਂ, ਅਸਲ ਦੇ ਅੰਦਰ ਸੱਚ ਉਹ ਸਿਮਰ ਰਹੇ ਨੇ ਜੋ ਤੈਨੂੰ ਭਾ ਰਹੇ ਨੇ, ਜੋ ਤੇਰੇ ਭਾਣੇ ਵਿੱਚ ਤੁਰਦੇ ਨੇ। ਤੇ ਭਾਉਂਦੇ ਕੌਣ ਨੇ? ਭਾਣੇ ਵਿੱਚ ਕੌਣ ਤੁਰਦੇ ਨੇ? ਗੁਰਮੁਖ ਜਿਨਾ ਬੁਝਾਵੇਂ। ਬੁਝਾਵੇਂ ਦਾ ਮਤਲਬ ਗਿਆਨ ਬਖਸ਼ਦਾ ਹੈ। ਗੁਰੂ ਦੀ ਰਾਹੀਂ ਜਿਨ੍ਹਾਂ ਨੂੰ ਤੂੰ ਸੂਝ ਬਖਸ਼ਦਾ, ਯਾਨੀ ਜਿਨ੍ਹਾਂ ਨੂੰ ਗੁਰੂ ਨੇ ਸੂਝ ਬਖਸ਼ੀ ਹੈ, ਜਿਨ੍ਹਾਂ ਨੇ ਗੁਰੂ ਤੋਂ ਗਿਆਨ ਲਿਆ ਹੈ, ਜਿਨ੍ਹਾਂ ਨੇ ਗੁਰੂ ਤੋਂ ਗਿਆਨ ਦੀ ਦਾਤ ਲੈ ਕੇ ਉਸ ਗਿਆਨ ਮੁਤਾਬਕ ਜ਼ਿੰਦਗੀ ਜੀਵੀ ਹੈ, ਉਹ ਰੱਬ ਦੀ ਰਜ਼ਾ ਵਿੱਚ ਤੁਰੇ ਨੇ ਤੇ ਉਹ ਰੱਬ ਦੇ ਦਰ ਦੇ ਉੱਤੇ ਪ੍ਰਵਾਨ ਹੋ ਗਏ ਨੇ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀ, ਖੇੜਾ ਔਰ ਪ੍ਰਸੰਨਤਾ ਆਵੇ, ਤਾਂ ਉਹਦੇ ਵਾਸਤੇ ਇੱਕ ਸਾਧਨ ਹੈ ਕਿ ਅਸੀਂ ਗੁਰਮਤਿ ਦੇ ਧਾਰਨੀ ਹੋਈਏ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ, ਗੁਰਬਾਣੀ ਤੋਂ ਅਸੀਂ ਸੂਝ ਸਮਝ ਲੈ ਕੇ ਗਿਆਨ ਦੀ ਸਹੀ ਵਰਤੋਂ ਕਰਕੇ ਰੱਬੀ ਰਜ਼ਾ ਨੂੰ ਸਮਝ ਕੇ ਉਸ ਰਜ਼ਾ ਭਾਣੇ ਮੁਤਾਬਕ ਜੀਵਨ ਬਤੀਤ ਕਰਨ ਦਾ ਯਤਨ ਕਰੀਏ। ਅਖੀਰਲੇ ਬਚਨ ਕਹਿੰਦੇ ਨੇ, ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਇਹ ਜੋ ਸੱਚ ਹੈ, ਰੱਬ ਹੈ, ਸਾਰਿਆਂ ਦਾ ਮਾਲਕ ਹੈ, ਜੋ ਸਾਰੇ ਸੰਸਾਰ ਦੇ ਕਣ ਕਣ ਵਿੱਚ ਫੈਲਿਆ ਹੋਇਆ ਹੈ। ਉਹ ਮੇਰਾ ਵੀ ਮਾਲਕ ਹੈ, ਤੁਹਾਡਾ ਵੀ ਮਾਲਕ ਹੈ, ਮੇਰਾ ਵੀ ਪਿਤਾ ਹੈ, ਤੁਹਾਡਾ ਵੀ ਪਿਤਾ ਹੈ। ਉਹਦੀ ਰਜ਼ਾ ਵਿੱਚ ਮੈਂ ਵੀ ਚੱਲ ਰਿਹਾ ਹਾਂ, ਉਹਦੀ ਰਜ਼ਾ ਵਿੱਚ ਤੁਸੀਂ ਵੀ ਚੱਲ ਰਹੇ ਹੋ। ਉਹਦੀ ਰਜ਼ਾ ਤੋਂ ਬਾਹਰ ਜਾ ਕੇ ਮੈਂ ਕੁਛ ਨਹੀਂ ਕਰ ਸਕਦਾ, ਉਹਦੀ ਰਜ਼ਾ ਤੋਂ ਬਾਹਰ ਜਾ ਕੇ ਤੁਸੀਂ ਕੁਛ ਨਹੀਂ ਕਰ ਸਕਦੇ। ਹੁਕਮੇ ਅੰਦਰ ਸਭ ਕੋ। ਇਸ ਲਈ ਜੋ ਉਹਦੇ ਰਜ਼ਾ ਦੇ ਵਿੱਚ ਤੁਰੇਗਾ, ਜੋ ਉਹਦੀ ਰਜ਼ਾ ਵਿੱਚ ਤੁਰੇਗਾ, ਉਹ ਬੰਦਾ ਸੁਖੀ ਔਰ ਸ਼ਾਂਤ ਰਹੇਗਾ। ਲੇਕਿਨ ਜੇ ਰਜ਼ਾ ਤੋਂ ਉਲਟ, ਨਿਯਮਾਂ ਤੋਂ ਉਲਟ ਜ਼ਿੰਦਗੀ ਜੀਣ ਦਾ ਯਤਨ ਕਰੇਗਾ, ਤਾਂ ਭਾਈ ਜੀਵਨ ਦੇ ਅੰਦਰ ਦੁੱਖ ਆਏਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੱਚ ਹੀ ਸਾਰਿਆਂ ਦਾ ਖਸਮ ਹੋਣਾ ਚਾਹੀਦਾ ਹੈ। ਮੇਰਾ ਵੀ ਮਾਲਕ ਸੱਚ ਹੋਵੇ, ਤੁਹਾਡਾ ਵੀ ਮਾਲਕ ਸੱਚ ਹੋਵੇ। ਯਾਨੀ ਮੈਂ ਸੱਚ ਸੁਣਾ, ਸੱਚ ਵੇਖਾਂ, ਸੱਚ ਕਮਾਵਾਂ, ਸੱਚ ਦਾ ਸੰਗ੍ਰਹਿਣ ਕਰਾਂ। ਜੋ ਯੂਨੀਵਰਸਲ ਟਰੁੱਥ ਹੈ ਉਹ ਸਾਰਿਆਂ ਦੇ ਉੱਤੇ ਲਾਗੂ ਹੈ। ਜੋ ਕੁਦਰਤ ਦੇ ਨੇਮ ਨੇ, ਲਾ ਆਫ ਨੇਚਰ ਹੈ, ਰੱਬ ਦੀ ਰਜ਼ਾ ਪਾਣਾ ਹੈ, ਸਿਸਟਮ ਹੈ, ਉਹ ਸਾਰਿਆਂ ਤੇ ਲਾਗੂ ਨੇ ਕਿ ਉਹਦੇ ਤੋਂ ਬਾਹਰ ਮੈਂ ਕੁਝ ਕਰ ਸਕਦਾ ਜਾਂ ਤੁਸੀਂ ਕੁਝ ਕਰ ਸਕਦੇ ਹੋ, ਜਾਂ ਦੁਨੀਆ ਦਾ ਕੋਈ ਇਨਸਾਨ ਕਰ ਸਕਦਾ ਕੁਝ ਰੱਬੀ ਰਜ਼ਾ ਤੋਂ ਉਲਟ। ਕਿ ਮੈਂ ਕਾਰਬਨ ਮੋਨੋਆਕਸਾਈਡ ਦੇ ਨਾਲ ਜਿੰਦਾ ਰਹਿ ਸਕਦਾ ਹਾਂ,
सवाल ही नहीं पैदा होंदा, कोई भी नहीं रह सकता, क्योंकि सच सारियां दा खसम है ना, यूनीवर्सल ट्रुथ, ਉਹਦੇ ਤੋਂ ਬਾਹਰ ਕੁਝ ਵੀ ਨਹੀਂ ਕੀਤਾ ਜਾ ਸਕਦਾ, ਰੱਬੀ ਰਜ਼ਾ ਤੋਂ ਬਾਹਰ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਬਖਸ਼ੇ ਸੂਝਨ ਪਾਵ ਹੈ, ਪਰ ਇਹ ਸੱਚ, ਇਹਦੀ ਸੂਝ ਮਿਲਦੀ ਉਹਨੂੰ ਹੈ ਜਿਹਨੂੰ ਗੁਰੂ ਬਖਸ਼ਦਾ ਹੈ, ਜੋ ਗੁਰੂ ਦੀ, ਜਿਸ ਨੂੰ ਗਿਆਨ ਦੀ ਦਾਤ ਮਿਲਦੀ ਹੈ। ਹੁਣ ਗੁਰੂ ਦੇ ਗਿਆਨ ਦੀ ਦਾਤ ਕਿਸ ਨੂੰ ਮਿਲੇਗੀ? ਜੋ ਗੁਰੂ ਦੇ ਚਰਨਾਂ ਵਿੱਚ ਜਾਏਗਾ, ਗੁਰੂ ਦੇ ਦੱਸੇ ਰਾਹ ਤੇ ਤੁਰਨ ਦਾ ਯਤਨ ਕਰੇਗਾ। ਦੇਖੋ, ਜਿਵੇਂ ਅਸੀਂ ਆਪਣੀ ਜੇ ਗੱਲ ਕਰੀਏ, ਕਲਾਸ ਦੇ ਵਿੱਚ ਸਾਰੇ ਵੀਰ ਭੈਣਾਂ ਹਾਂ, ਤਾਂ ਅਸੀਂ ਸਾਰੇ ਗੁਰਬਾਣੀ ਪੜ੍ਹ ਰਹੇ ਹਾਂ ਜਾਂ ਵਿਚਾਰ ਰਹੇ ਹਾਂ। ਹੁਣ ਇਹ ਦਾਤ ਤਾਂ ਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ ਦਿੱਤੀ ਹੈ ਨਾ, ਪਰ ਜਿਹੜਾ ਵੀਰ ਭੈਣ, ਬੱਚੀ ਬੱਚਾ ਗੁਰੂ ਦੇ ਇਸ ਗਿਆਨ ਮੁਤਾਬਕ ਜ਼ਿੰਦਗੀ ਜੀਵੇਗਾ, ਉਹਨੇ ਉਹਦੀ ਦਾਤ ਨੂੰ ਸੰਭਾਲ ਲਿਆ, ਉਹਦੀ ਦਾਤ ਦਾ ਪਾਤਰ ਬਣ ਗਿਆ। ਤੇ ਜੇ ਮੈਂ ਐਸੀ ਜ਼ਿੰਦਗੀ ਜੀਣ ਤੋਂ ਇਨਕਾਰ ਕਰਦਿਆਂ, ਤਾਂ ਇਹਦਾ ਮਤਲਬ ਇਹ ਹੋਇਆ ਕਿ ਮੈਂ ਉਹਦੀ ਦਾਤ ਨੂੰ ਇਨਕਾਰ ਕਰਦਾ, ਕਿ ਮੈਨੂੰ ਇਹ ਬਖਸ਼ਿਸ਼ ਨਹੀਂ ਚਾਹੀਦੀ, ਮੈਨੂੰ ਇਹ ਦਾਤ ਨਹੀਂ ਚਾਹੀਦੀ। ਗੁਰੂ ਜੀ ਤਾਂ ਸਾਨੂੰ ਸਾਰਿਆਂ ਨੂੰ ਕਹਿੰਦੇ ਨੇ, ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਗੁਰੂ ਜੀ ਤੇ ਦਾਤ ਸਾਰਿਆਂ ਨੂੰ ਬਖਸ਼ਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਸਾਰਿਆਂ ਨੂੰ ਆਵਾਜ਼ ਲਾ ਰਹੇ ਨੇ ਨਾ। ਗੁਰੂ ਜੀ ਤਾਂ ਹਰ ਇਨਸਾਨ ਨੂੰ ਕਹਿ ਰਹੇ ਨੇ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਗੁਰੂ ਦੇ ਦੱਸੇ ਰਾਹਾਂ ਤੇ ਤੁਰੋ। ਗੁਰੂ ਜੀ ਤਾਂ ਸਾਰੇ ਸੰਸਾਰ ਨੂੰ ਸੱਚ ਦੀ ਸੂਝ ਬਖਸ਼ ਰਹੇ ਨੇ। ਕਿਵ ਸਚਿਆਰਾ ਹੋਈ ਹੈ, ਕਿ ਕੂੜੇ ਟੁੱਟੇ ਪਾਲ, ਸਾਰਿਆਂ ਨੂੰ ਸਚਿਆਰ ਹੋਣ ਦਾ ਸੱਦਾ ਦੇ ਰਹੇ ਨੇ ਨਾ, ਸਾਰਿਆਂ ਨੂੰ ਸਚਿਆਰ ਹੋਣ ਦਾ ਸਾਧਨ ਦੱਸ ਰਹੇ ਨੇ, ਹੁਕਮ ਰਜ਼ਾਈ ਚੱਲਣਾ, ਕਿ ਰਜ਼ਾ ਦੇ ਅੰਦਰ ਤੁਰਨਾ ਹੀ ਕੋਈ ਇੱਕ ਮਾਰਗ ਹੈ। ਤੇ ਜੇ ਅਸੀਂ ਉਹਦੀ ਰਜ਼ਾ ਮੁਤਾਬਕ ਚੱਲਾਂਗੇ ਤਾਂ ਅਸੀਂ ਸਚਿਆਰ ਹੋ ਜਾਵਾਂਗੇ। ਇਹਦਾ ਮਤਲਬ ਅਸੀਂ ਉਹਦੀ ਰਜ਼ਾ ਨੂੰ ਪ੍ਰਵਾਨ ਕਰ ਲਿਆ, ਅਸੀਂ ਰਜ਼ਾ ਦੇ ਪਾਤਰ ਬਣ ਗਏ। ਤੇ ਜੇ ਅਸੀਂ ਇਨਕਾਰ ਕਰ ਦਿੱਤਾ ਤੇ ਅਸੀਂ ਆਪ ਕਹਿ ਦਿੱਤਾ ਕਿ ਸਾਨੂੰ ਇਹ ਬਖਸ਼ਿਸ਼ ਨਹੀਂ ਚਾਹੀਦੀ, ਤਾਂ ਬਖਸ਼ਿਸ਼ ਨੂੰ ਇਨਕਾਰ ਅਸੀਂ ਖੁਦ ਕਰ ਦਿੰਦੇ ਹਾਂ। ਅਖੀਰ ਵਿੱਚ ਗੁਰੂ ਜੀ ਕਹਿੰਦੇ ਨੇ, ਕਹੇ ਨਾਨਕ ਸੱਚ ਸੁਹੀਲਾ, ਸੱਚੇ ਕਰ ਗਾਵਹਿ। ਇਹ ਸੱਚਾ ਸੁਹੀਲਾ ਪ੍ਰਭੂ ਦੀ ਸਿਫਤ ਸਲਾਹ ਸੱਚੇ ਘਰ ਸਤਸੰਗਤ ਦੇ ਅੰਦਰ ਗਾਈ ਜਾਂਦੀ ਹੈ, ਗੁਰੂ ਦੀ ਹਜ਼ੂਰੀ ਵਿੱਚ ਗਾਈ ਜਾਂਦੀ ਹੈ। ਔਰ ਇਹ ਸੱਚੇ ਘਰ ਵਿੱਚ ਗਾਣੀ ਚਾਹੀਦੀ ਹੈ, ਸੱਚੇ ਦਿਲੋਂ ਗਾਣੀ ਚਾਹੀਦੀ ਹੈ, ਤਨ ਮਨ ਕਰਕੇ ਗਾਣੀ ਚਾਹੀਦੀ ਹੈ, ਸੱਚੀ ਸੋਚ ਦੇ ਨਾਲ ਗਾਣੀ ਚਾਹੀਦੀ ਹੈ। ਔਰ ਸਾਨੂੰ ਸੱਚ ਦੇ ਨਾਲ ਜਿਹੜਾ ਹੈ ਉਹ ਬਿਲਕੁਲ ਜੁੜਨਾ ਚਾਹੀਦਾ ਹੈ, ਸੱਚੇ ਰਾਹ ਤੇ ਤੁਰਨਾ ਚਾਹੀਦਾ ਹੈ, ਸੱਚੀ ਸਿਫਤ ਸਲਾਹ ਸੱਚੇ ਮਨੋਂ ਕਰਨੀ ਚਾਹੀਦੀ ਹੈ। ਤਾਂ ਸਾਡੇ ਕੋਲ ਇਸ ਪਾਵਨ ਪੌੜੀ ਦੇ ਵਿੱਚੋਂ ਆਨੰਦ ਪਾਉਣ ਦਾ ਸਾਧਨ ਕੀ ਹੋਇਆ? ਰੱਬ ਦੀ ਸਿਫਤ ਸਲਾਹ। ਅਸੀਂ ਰੱਬ ਦੀ ਸਿਫਤ ਸਲਾਹ ਕਰਨੀ ਹੈ। ਰੱਬ ਦੀ ਸਿਫਤ ਸਲਾਹ ਦਾ ਮਤਲਬ ਕੇਵਲ ਗੁਣਾਂ ਦੀ ਗੱਲ ਕਰਨੀ ਹੈ, ਗੁਣਾਂ ਬਾਰੇ ਸੋਚਣਾ ਹੈ ਕਿ ਉਹ ਇੱਕ ਹੈ, ਸੱਚ ਬਾਰੇ ਸੋਚਣਾ ਹੈ, ਨਿਰਭੈਤਾ, ਨਿਰਵੈਰਤਾ, ਕਰਤਾ, ਇਹਨਾਂ ਗੁਣਾਂ ਬਾਰੇ ਅੰਦਰ ਸੋਚ ਹੋਣੀ ਚਾਹੀਦੀ ਹੈ। ਸਾਡੇ ਬੋਲ ਇਹਨਾਂ ਗੁਣਾਂ ਵਾਲੇ ਹੋਣ, ਸਾਡਾ ਵਿਹਾਰ ਇਹਨਾਂ ਗੁਣਾਂ ਵਾਲਾ ਹੋਵੇ। ਇਹਨੂੰ ਕਹਿੰਦੇ ਨੇ ਸੱਚ ਸੁਹੀਲੇ ਨੂੰ ਗਾਉਣਾ, ਗੁਣਾਂ ਨੂੰ ਗਾਣਾ। ਗੁਣਾਂ ਦੀ ਸਿਫਤ ਸਲਾਹ ਕਰਨ ਦਾ ਭਾਵ ਇਹ ਹੈ ਕਿ ਤਨ ਮਨ ਕਰਕੇ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਣੀ, ਹਮੇਸ਼ਾ ਸਕਾਰਾਤਮਕ ਸੋਚਣਾ, ਮਨ ਵਚਨ ਕਰਮ ਕਰਕੇ ਗੁਣਾਂ ਦੇ ਧਾਰ ਨਹੀਂ ਹੋਣਾ। ਇਸ ਚੀਜ਼ ਦੀ ਸੂਝ ਔਰ ਸਮਝ ਗੁਰਮੁਖ ਯਾਨੀ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਇਆ ਮਿਲੇਗੀ। ਇਸ ਲਈ ਅਸਾਂ ਗੁਰੂ ਦੀ ਪਾਵਨ ਬਾਣੀ ਨੂੰ ਆਪ ਪੜ੍ਹਨਾ, ਆਪ ਅਰਥ ਭਾਵ ਵਿਚਾਰ ਕੇ ਤੇ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ। ਇਹ ਗੁਰੂ ਦੀ, ਇਹ ਰੱਬ ਦੀ ਰਹਿਮਤ ਹੈ। ਅਸੀਂ ਇਸ ਰਹਿਮਤ ਦੇ ਪਾਤਰ ਬਣਨਾ। ਜਿਸ ਹਿਰਦੇ ਘਰ ਦੇ ਅੰਦਰ, ਜਿਸ ਮੈਂਟੈਲਿਟੀ ਦੇ ਅੰਦਰ ਇਹ ਰੱਬ ਦੇ ਗੁਣ ਵਸ ਜਾਣਗੇ, ਉਹ ਬੰਦਾ ਆਨੰਦ ਪਾ ਲਵੇਗਾ। ਉਸ ਬੰਦੇ ਦੀ ਜ਼ਿੰਦਗੀ ਦੇ ਅੰਦਰ ਖੁਸ਼ੀ, ਖੇੜਾ ਔਰ ਪ੍ਰਸੰਨਤਾ ਪੈਦਾ ਹੋ ਜਾਏਗੀ। ਤਾਂ ਮੈਂ ਇੱਥੇ ਸਮਾਪਤੀ ਕਰਦਾ ਹਾਂ। ਥੋੜੀ ਜਿਹੀ ਵਿਚਾਰ ਆਪ ਦੇ ਨਾਲ ਅੱਜ ਮੈਂ ਰੱਖੜੀ ਬਾਰੇ ਵੀ ਕਰਦੇ ਹਾਂ। ਰੱਖੜੀ ਹੈ, ਰਕਸ਼ਾ ਬੰਧਨ ਇਹਦਾ ਨਾਮ ਹੈ, ਜਿੱਥੋਂ ਇਹ ਸ਼ੁਰੂ ਹੋਇਆ ਹੈ। ਤੇ ਭੈਣਾਂ ਜਿਹੜੀਆਂ ਨੇ ਰਕਸ਼ਾ ਬੰਧਨ ਵਾਸਤੇ ਆਪਣੇ ਭਰਾ ਨੂੰ ਰੱਖੜੀ ਬੰਨ੍ਹਦੀਆਂ ਸਨ। ਜਿਵੇਂ ਇਹਦਾ ਜੋੜਿਆ ਗਿਆ ਹੈ ਕਿ ਅਕਬਰ ਨੂੰ ਜਾਂ ਕਿਸੇ ਵੀ ਬਾਦਸ਼ਾਹ ਨੂੰ ਰੱਖੜੀ ਭੇਜੀ ਸੀ ਕਿ ਮੈਂ ਤੇਰੀ ਭੈਣ ਹਾਂ, ਕਿਸੇ ਵੀ ਢੰਗ ਦੇ ਨਾਲ ਕਹਿਣ ਤੋਂ ਭਾਵ ਕਿ ਭੈਣ ਜਿਹੜੀ ਹੈ ਆਪਣੇ ਭਰਾ ਨੂੰ ਰਕਸ਼ਾ ਬੰਧਨ ਧਾਗਾ ਬੰਨ੍ਹਦੀ ਹੈ ਕਿ ਤੂੰ ਮੇਰੀ ਰਾਖੀ ਕਰੇਗਾ। ਸ਼ੁਰੂਆਤ ਇਹਦੀ ਇਸੇ ਤਰ੍ਹਾਂ ਹੋਈ ਸੀ। ਤਾਂ ਜੇ ਅਸੀਂ ਇਸ ਚੀਜ਼ ਨੂੰ ਮੰਨੀਏ ਗੁਰਮਤ ਦੇ ਨਾਲ,
ਜੇ ਅਸੀਂ ਗੁਰਮਤ ਨੂੰ ਸਮਝੀਏ ਤਾਂ ਗੁਰਮਤ ਦੇ ਨਾਲ ਇਹਦਾ ਸੰਬੰਧ ਨਹੀਂ ਹੈ। ਰੱਖੜੀ ਜਿਹੜਾ ਹੈ ਸਿੱਖ ਵੀਰਾਂ ਦਾ ਤਿਉਹਾਰ ਨਹੀਂ ਹੈ, ਇਹਦੇ ਨਾਲ ਸਿੱਖੀ ਦਾ ਜਾਂ ਧਰਮ ਦਾ ਕੋਈ ਸੰਬੰਧ ਨਹੀਂ ਹੈ, ਦੂਰ ਦਾ ਵੀ। ਇਸ ਲਈ ਲੇਕਿਨ ਫਿਰ ਵੀ ਕਿਹਾ ਜਾਂਦਾ ਹੈ ਕਿ ਇਹ ਪ੍ਰੇਮ ਦਾ ਤਿਉਹਾਰ ਹੈ, ਵੀਰ ਔਰ ਭੈਣ ਦਾ। ਜਿਹੜੇ ਲੋਕ ਇਸ ਹਿਸਾਬ ਦੇ ਨਾਲ ਮੰਨਦੇ ਨੇ ਉਹਨਾਂ ਦੀ ਆਪਣੀ ਮਰਜ਼ੀ ਹੈ, ਲੇਕਿਨ ਮੈਂ ਬੇਨਤੀ ਕਰਾਂ, ਭੈਣ ਔਰ ਭਰਾ ਦਾ ਜੋ ਪਿਆਰ ਹੈ ਉਹ ਸदैਵੀ ਹੁੰਦਾ ਹੈ, ਉਹ ਇੱਕ ਦਿਨ ਦਾ ਨਹੀਂ ਹੁੰਦਾ। ਅਸੀਂ ਕਈ ਕੁਛ ਗਲਤ ਰੀਤਾਂ ਜਿਹੜੀਆਂ ਨੇ ਤੋੜ ਬੈਠੇ ਹਾਂ, ਜਿਵੇਂ ਮਦਰ ਡੇ, ਫਾਦਰ ਡੇ, ਤੇ ਹੁਣ ਰੱਖੜੀ, ਸਿਸਟਰ ਡੇ ਵਗੈਰਾ ਵਗੈਰਾ। ਹੁਣ ਮਦਰ ਡੇ, ਮਾਂ ਨੂੰ ਤੁਸੀਂ ਇੱਕ ਦਿਨ ਬਿਰਧ ਆਸ਼ਰਮ ਵਿੱਚ ਛੱਡ ਆਏ ਹੋ, ਤੇ ਮਦਰ ਡੇ ਵਾਲੇ ਦਿਨ ਜਾ ਕੇ ਇੱਕ ਗੁਲਾਬ ਦਾ ਫੁੱਲ ਫੜਾ ਹੁੰਦੇ ਹੋ ਤੇ ਇੱਕ ਆਈਸਕ੍ਰੀਮ ਦੀ ਦੇ ਹੁੰਦੇ ਹੋ ਡੱਬੀ, ਤਾਂ ਕੀ ਉਸ ਮਾਂ ਨੇ ਉਸ ਗੁਲਾਬ ਦੇ ਫੁੱਲ ਨੂੰ ਮੱਥੇ 'ਚ ਮਾਰਨਾ, ਸਿਰ 'ਚ ਮਾਰਨਾ? ਪਿਓ ਨੂੰ ਤੁਸੀਂ ਬਿਰਧ ਆਸ਼ਰਮ ਵਿੱਚ ਛੱਡਿਆ ਤੇ ਗੁਲਾਬ ਦਾ ਫੁੱਲ ਇੱਕ ਦਿਨ ਜਾ ਕੇ ਫੜਾਓ। ਜੇ ਅੱਜ ਫਾਦਰ ਡੇ ਵੇ, ਫਿਟੇ ਨੂੰ ਇਹੋ ਜਿਹੇ ਫਾਦਰ ਡੇ ਮਨਾਉਣ ਵਾਲੇ ਦਾ, ਕਿ ਜਿਹੜਾ ਕੇਵਲ ਇੱਕ ਫੁੱਲ ਫੜਾ ਰਿਹਾ ਜਾ ਕੇ ਬਿਰਧ ਆਸ਼ਰਮ ਵਿੱਚ ਛੱਡਿਆ। ਬਿਰਧ ਆਸ਼ਰਮ ਫਾਦਰ ਡੇ ਕਾਹਦਾ ਹੋਇਆ? ਦੇਖੋ, ਮਦਰ ਡੇ ਔਰ ਫਾਦਰ ਡੇ ਇੱਕ ਦਿਨ ਵਾਸਤੇ ਮਾਂ ਪਿਓ ਵਾਸਤੇ ਨਹੀਂ ਹੁੰਦਾ, ਹਰ ਪਲ ਮਾਂ ਬਾਪ ਵਾਸਤੇ ਹੋਣਾ ਚਾਹੀਦਾ ਹੈ। ਬਜ਼ੁਰਗਾਂ ਦੀ ਹਰ ਪਲ ਸਤਿਕਾਰ ਕਰੋ। ਉਹ ਵਡਭਾਗੀ ਨੇ ਬੱਚੇ, ਖੁਸ਼ਕਿਸਮਤ ਨੇ ਜਿਨ੍ਹਾਂ ਦੇ ਮਾਂ ਪਿਓ ਜਿਉਂਦੇ ਨੇ। ਬਜ਼ੁਰਗ ਮਾਂ ਬਾਪ ਦੀ ਹੈਲਪ ਕਰੋ, ਸਹਾਇਤਾ ਕਰੋ, ਪਿਆਰ ਕਰੋ, ਉਹਨਾਂ ਦੀਆਂ ਸਮੇਂ ਸਿਰ ਲੋੜਾਂ ਪੂਰੀਆਂ ਕਰੋ। ਮਾਂ ਬਾਪ ਦੀਆਂ ਬਹੁਤੀਆਂ ਮੰਗਾਂ ਨਹੀਂ ਹੁੰਦੀਆਂ, ਉਹਨਾਂ ਦੀ ਕੋਈ ਮੰਗ ਹੁੰਦੀ ਹੈ ਕਿ ਟਾਈਮ ਨਾਲ ਰੋਟੀ ਪਾਣੀ ਦੇ ਦਿਓ, ਤੇ ਉਹਨਾਂ ਦੇ ਕੋਲ ਬੈਠ ਕੇ 5-10 ਮਿੰਟ ਵਾਸਤੇ ਉਹਨਾਂ ਦੀ ਗੱਲ ਸੁਣੋ, ਉਹਨਾਂ ਨੂੰ ਟਾਈਮ ਦਿਓ, ਤੁਹਾਡਾ ਟਾਈਮ ਚਾਹੁੰਦੇ ਨੇ। ਮਾਂ ਇਹ ਨਹੀਂ ਕਹਿੰਦੀ ਕਿ ਤੂੰ ਮੈਨੂੰ ਰੱਜ ਕੇ ਰੋਟੀ ਦੇ, ਮਾਂ ਤੇ ਇਹ ਚਾਹੁੰਦੀ ਪੁੱਤਰ ਤੂੰ ਆਪ ਭੁੱਖਾ ਨਾ ਰਹਿ। ਹਰ ਮਾਂ ਬਾਪ ਚਾਹੁੰਦਾ ਨਾ। ਇਸ ਲਈ ਜਿਹੜਾ ਮਾਂ ਬਾਪ ਦੀ ਸੇਵਾ ਨਹੀਂ ਕਰਦਾ, ਭਾਈ ਗੁਰਦਾਸ ਜੀ ਨੇ ਉਹਨੂੰ ਬੇਈਮਾਨ ਆਖਿਆ। ਦੁਨੀਆ ਦਾ ਵੱਡਾ ਬੇਈਮਾਨ ਬੰਦਾ ਹੈ ਉਹ। ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਨ। ਉਹ ਬੰਦਾ ਬੇਈਮਾਨ ਹੈ, ਉਹ ਇਮਾਨ ਵਾਲਾ ਧਰਮੀ ਨਹੀਂ ਹੈ ਕਿ ਮਾਂ ਪਿਓ ਦੀ ਤੇ ਘਰ ਲੋੜ ਪੂਰੀ ਨਾ ਕਰੇ ਤੇ ਬਾਹਰ ਦਾਨ ਪੁੰਨ ਕਰਦਾ ਫਿਰੇ। ਉਹਨੂੰ ਜਿਹਦੇ ਘਰ ਬਜ਼ੁਰਗ ਮਾਂ ਬਾਪ ਨੇ, ਸੱਸ ਸਹੁਰੇ ਨੇ, ਉਹਨਾਂ ਨੂੰ ਟਾਈਮ ਨਾਲ ਰੋਟੀ ਨਾ ਦੇਵੇ, ਬਾਬਿਆਂ ਨੂੰ ਪਰੌਂਠੇ ਖਵਾਉਂਦੀ ਫਿਰੇ, ਤੇ ਬੇਈਮਾਨ ਹੈ। ਇਹ ਕੋਈ ਚੰਗਾ ਕੰਮ ਨਹੀਂ। ਯਾਨੀ ਸਾਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ, ਤੇ ਬਜ਼ੁਰਗਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਆਪਣੇ ਈਗੋ ਨੂੰ ਛੱਡ ਦੇਣ, ਬਜ਼ੁਰਗ ਹਿਸਾਬ ਦੇ ਨਾਲ ਆਪਣਾ ਤਾਲਮੇਲ ਬਿਠਾਉਣ, ਬੱਚਿਆਂ ਦੇ ਨਾਲ ਪਿਆਰ ਦੇ ਨਾਲ ਰਹਿਣ, ਉਹਨਾਂ ਨੂੰ ਆਪਣੇ ਤਜਰਬੇ ਤੋਂ ਚੰਗੀ ਸਿੱਖਿਆ ਦੇਣ। ਆਪਸ ਦੇ ਵਿੱਚ ਬੈਠ ਕੇ, ਜਿਵੇਂ ਕਲਾਸ ਤੋਂ ਪਹਿਲਾਂ ਤੁਸੀਂ ਕਹਾਣੀਆਂ ਪਾਉਂਦੇ ਹੋ, ਇਸ ਤਰ੍ਹਾਂ ਆਪਣੇ ਘਰ ਪਰਿਵਾਰ ਦੇ ਵਿੱਚ ਰਹਿਣ। ਤਾਂ ਇਹ ਤਾਂ ਹੋ ਗਈ ਉਹਨਾਂ ਦੀ ਗੱਲ। ਅਗਲੀ ਗੱਲ ਆ ਜਾਂਦੀ ਹੈ ਭੈਣਾਂ ਦੀ। ਹੁਣ ਭੈਣ ਰੱਖੜੀ ਲੈ ਕੇ ਆ ਰਹੀ ਹੈ, ਤੇ ਵੀਰ ਵਾਸਤੇ ਇੱਕ ਦਿਨ ਥੋੜਾ ਹੈ, ਜਾਂ ਭੈਣ ਵਾਸਤੇ ਸਿਰਫ ਇੱਕ ਦਿਨ ਹੈ। ਵੀ ਉਹ ਰੱਖੜੀ ਬਣ ਗਈ 2.5 ਰੁਪਏ ਦੀ, ਤੇ ਤੁਸੀਂ ਉਹਨੂੰ 500 ਦਾ ਸੂਟ ਦੇ ਦਿੱਤਾ। ਤੇ ਇਹ ਭੈਣ ਭਰਾ ਦਾ ਪਿਆਰ, ਭੈਣ ਭਰਾ ਦਾ ਪਿਆਰ ਤੇ ਸदैਵੀ ਹੈ। ਜਿਵੇਂ ਮਾਪਿਆਂ ਦਾ ਪਿਆਰ ਹੈ ਨਾ, ਐਵੇਂ ਭੈਣ ਭਰਾ ਦਾ ਪਿਆਰ ਤੇ ਸदैਵੀ ਹੈ। ਭੈਣ ਦੇ ਨਾਲ ਤੇ ਤੁਸੀਂ ਖੇਲੇ ਹੋ, ਜੰਮੇ ਹੋ, ਪਲੇ ਹੋ, ਭੈਣ ਨੇ ਤੁਹਾਡੇ ਨਾਲ ਕਿੰਨਾ ਪਿਆਰ ਕੀਤਾ ਹੈ। ਭੈਣਾਂ ਤੋਂ ਬਿਨਾਂ ਤੇ ਇੱਕ ਪਲ ਵੀ ਨਹੀਂ ਲੰਘਣਾ ਚਾਹੀਦਾ। ਭੈਣਾਂ ਵਾਸਤੇ ਤੇ ਸਾਰੀ ਜ਼ਿੰਦਗੀ ਹੈ, ਭਰਾਵਾਂ ਵਾਸਤੇ ਤਾਂ ਸਾਰੀ ਜ਼ਿੰਦਗੀ ਹੈ। ਭੈਣ ਭਰਾ ਦਾ ਪਿਆਰ ਤੇ ਅਟੁੱਟ ਹੈ, ਕੋਈ ਇੱਕ ਦਿਨ ਦਾ ਥੋੜਾ ਹੈ, ਹਰ ਪਲ ਭੈਣ ਵਾਸਤੇ। ਮੈਂ ਬੇਨਤੀ ਕਰਾਂ, ਜਿਹੜੀਆਂ ਬੱਚੀਆਂ ਵਿਆਹੀਆਂ ਗਈਆਂ ਨੇ, ਭੈਣ ਔਰ ਭੂਆ, ਜੇ ਭੂਆ ਤੁਹਾਡੇ ਘਰ ਆਏ ਨਾ, ਜਾਂ ਭੈਣ ਤੁਹਾਡੇ ਘਰ ਆਏ ਸਹੁਰੇ ਘਰ ਚੋਂ, ਉਹਨੂੰ ਸਤਿਕਾਰ ਦਿਓ ਜਿੰਨਾ ਵੀ ਦੇ ਸਕੇ, ਉਹਨੂੰ ਦਿਲੋਂ ਪਿਆਰ ਦਿਓ। ਕਿਉਂ? ਕਿਉਂਕਿ ਕਦੇ ਉਹ ਇਸ ਘਰ ਦੀ ਮਾਲਕ ਰਹੀ ਹੈ, ਕਦੇ ਉਹਦੇ ਹੱਥ ਵਿੱਚ ਇਸ ਘਰ ਦੀਆਂ ਚਾਬੀਆਂ ਰਹੀਆਂ ਨੇ। ਜਿੱਥੇ ਉਹ ਅੱਜ ਮਿਲਣ ਵਾਸਤੇ ਆਈ ਹੈ, ਉਹ ਤੁਹਾਨੂੰ ਰੱਖੜੀ ਬੰਨ੍ਹ ਕੇ ਕੋਈ 500 ਰੁਪਇਆ ਲੈਣ ਵਾਸਤੇ ਨਹੀਂ ਆਈ, ਜਾਂ ਅੱਗੇ ਪਿੱਛੇ ਆਉਂਦੀ ਹੈ ਤੂੰ ਕੋਈ ਸੂਟ ਲੈਣ ਵਾਸਤੇ। ਭੈਣਾਂ ਔਰ ਭੂਆ ਨਹੀਂ ਆਉਂਦੀਆਂ। ਦੇਖੋ, ਰੱਖੜੀ ਦਾ ਗੁਰਮਤ ਨਾਲ ਸੰਬੰਧ ਨਹੀਂ, ਨਾ ਮੈਂ ਇਹਦੀ ਪ੍ਰੋੜਤਾ ਕਰਾਂਗਾ। ਜੇ ਭੈਣ ਆਂਦੀ ਹੈ, ਰੱਖੜੀ ਵਾਲੇ ਦਿਨ ਦੀ ਨਹੀਂ ਮੈਂ ਗੱਲ ਕਰ ਰਿਹਾ, ਕਦੇ ਵੀ ਆਵੇ, ਜਦੋਂ ਵੀ ਆਉਂਦੀ ਹੈ, ਭੈਣ ਆਵੇ ਜਾਂ ਭੂਆ ਆਏ, ਉਹਨੂੰ ਮਾਣ ਦਿਓ, ਉਹਨੂੰ ਸਤਿਕਾਰ ਦਿਓ। ਉਹਨਾਂ ਦਾ ਬਚਪਨ ਇਸ ਘਰ ਵਿੱਚ ਬੀਤਿਆ, ਉਹ ਇਸ ਘਰ ਦੀਆਂ ਕਦੇ ਮਾਲਕ ਰਹੀਆਂ ਨੇ, ਉਹਨਾਂ ਦੀਆਂ ਇੱਥੇ ਗੁੱਡੀਆਂ ਔਰ ਪਟੋਲੇ ਰਹਿ ਗਈਆਂ ਨੇ। ਉਹਨਾਂ ਨੇ ਇੱਥੇ ਬਚਪਨ ਨੂੰ ਬੜੇ ਪਿਆਰ ਦੇ ਨਾਲ ਬਿਤਾਇਆ ਹੈ। ਉਹ ਆਪਣੀਆਂ ਸਹੇਲੀਆਂ ਦੇ ਨਾਲ ਇੱਥੇ ਖੇਲੀਆਂ ਨੇ, ਉਹ ਇਹਨਾਂ ਇੱਥੇ ਸਕੂਲਾਂ ਵਿੱਚ ਪੜ੍ਹੀਆਂ ਨੇ, ਇਹਨਾਂ ਗਲੀਆਂ ਵਿੱਚ ਫਿਰ ਕੇ ਉਹ ਵੱਡੀਆਂ ਹੋਈਆਂ ਨੇ। ਇੱਥੇ ਮਾਂ-ਬਾਪ ਦੀ ਉਹਨਾਂ ਨੇ ਖੁਸ਼ੀ ਮਾਣੀ ਹੈ। ਉਹ ਆਪਣਾ ਪੇਕਾ ਪਰਿਵਾਰ ਵੇਖਣ ਆਉਂਦੀਆਂ ਨੇ, ਜਿੱਥੇ ਉਹਨਾਂ ਨੇ ਬਚਪਨ ਬਿਤਾਇਆ ਹੈ। ਉਹਨਾਂ ਨੂੰ ਕਦੇ ਇਨਕਾਰ ਨਾ ਕਰੋ, ਔਰ ਉਹਨਾਂ ਨੂੰ ਕਦੇ ਇਹ ਅਹਿਸਾਸ ਨਾ ਹੋਣ ਦਿਓ ਕਿ ਤੁਸੀਂ ਇਸ ਘਰ ਦੀਆਂ ਮਾਲਕ ਨਹੀਂ ਰਹੀਆਂ। ਜਿਸ ਦਿਨ ਤੁਸੀਂ ਉਹਨਾਂ ਨੂੰ ਇਹ ਅਹਿਸਾਸ ਕਰਾ ਦਿਓਗੇ ਨਾ ਕਿ
ਤੁਸੀਂ ਇਸ ਘਰ ਦੀਆਂ ਮਾਲਕ ਨਹੀਂ ਰਹੀਆਂ, ਉਸ ਦਿਨ ਉਹਨਾਂ ਦਾ ਦਿਲ ਟੁੱਟ ਜਾਏਗਾ। ਇਸ ਲਈ ਉਹਨਾਂ ਨੂੰ ਅਹਿਸਾਸ ਕਰਾਓ ਕਿ ਭੈਣ ਇੱਥੇ ਆਉਣੀ ਹੈ, ਸਾਨੂੰ ਖੁਸ਼ੀ ਮਿਲਦੀ ਹੈ। ਜਦੋਂ ਤੂੰ ਇੱਥੇ ਆਉਣੀ ਹੈ, ਸਾਨੂੰ ਇੱਥੇ ਖੁਸ਼ੀ ਮਿਲਦੀ ਹੈ, ਸਾਨੂੰ ਪਿਆਰ ਮਿਲਦਾ ਹੈ। ਉਹਨਾਂ ਨੂੰ ਸदैਵ ਪਿਆਰ ਦਿਓ ਤੇ ਭੈਣਾਂ ਵੀ ਇਸ ਪਾਸੇ ਧਿਆਨ ਦੇਣ ਕਿ ਆਪਣੇ ਵੀਰਾਂ ਨਾਲ ਜਾਂ ਜਿਹੜੀਆਂ ਭੂਆ ਨੇ ਆਪਣੇ ਭਤੀਜਿਆਂ ਦੇ ਨਾਲ ਉਸੇ ਤਰ੍ਹਾਂ ਪਿਆਰ ਮੁਹੱਬਤ ਬਣਾ ਕੇ ਰੱਖੋ। ਤੇ ਇਹ ਇੱਕ ਦਿਨ ਨਹੀਂ ਸਿਰਫ ਜਾ ਕੇ ਧਾਗਾ ਬੰਨ੍ਹੋ, ਜਿਵੇਂ ਮਾਂ ਨੂੰ ਬਿਰਧ ਆਸ਼ਰਮ ਵਿੱਚ ਜਾ ਕੇ ਕੋਈ ਫੜਾਵੇ ਫੁੱਲ ਗੁਲਾਬ ਦਾ, ਪਿਓ ਨੂੰ ਫੜਾਵੇ, ਜਾਂ ਇੱਕ ਦਿਨ ਜਾ ਕੇ ਰੱਖੜੀ ਬੰਨ੍ਹਾਵੇ ਜਾਂ ਵੀਰ ਬਣਾਵੇ। ਤਾਂ ਇਹ ਸਾਡੇ ਰੀਤੀ ਰਿਵਾਜ ਜੇ ਬਣ ਗਏ ਨੇ। ਇਹਨਾਂ ਤੋਂ ਉੱਤੇ ਉੱਠ ਕੇ ਸੱਚੀ ਪ੍ਰੀਤ ਦੇ ਨਾਲ ਜੁੜਨ ਦੀ ਜ਼ਰੂਰਤ ਹੈ। ਤਾਂ ਧਰਮ ਦੇ ਨਾਲ ਇਸ ਤਿਉਹਾਰ ਦਾ ਕੋਈ ਸੰਬੰਧ ਨਹੀਂ ਹੈ, ਸਿੱਖੀ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ, ਕਿਉਂਕਿ ਅੱਜ ਭੈਣਾਂ ਆਪ ਰਾਖੀ ਕਰ ਸਕਦੀਆਂ ਨੇ। ਅੱਜ ਤੇ ਭੈਣਾਂ ਚਲਾ ਰਹੀਆਂ ਨੇ ਜੰਗੀ ਜਹਾਜ਼, ਅੱਜ ਤੇ ਮਿਲਟਰੀ ਦੇ ਵਿੱਚ ਨੇ, ਅੱਜ ਤੇ ਮਿਸਾਈਲਾਂ ਛੱਡ ਰਹੀਆਂ ਨੇ। ਜੇ ਭਰਾ ਇੱਥੇ ਬੈਠਾ ਹੋਵੇ ਇੰਗਲੈਂਡ ਤੇ ਭੈਣ ਨੂੰ ਮੁਸੀਬਤ ਪਈ ਹੋਵੇ ਇੰਡੀਆ, ਤੇ ਉਹਨੇ ਉਹਦੀ ਹੈਲਪ ਉੱਥੋਂ ਕਿਹੜਾ ਕਰ ਲੈਣੀ ਹੈ। ਕਹਿਣ ਤੋਂ ਮੇਰਾ ਭਾਵ ਹੈ ਕਿ ਪਿਆਰ ਮੁਹੱਬਤ ਆਪਸ ਦੇ ਅੰਦਰ ਬਣਾ ਕੇ ਰੱਖੋ, ਮਾਪਿਆਂ ਦਾ ਸਤਿਕਾਰ ਕਰੋ, ਭੈਣਾਂ ਦਾ ਸਤਿਕਾਰ ਕਰੋ, ਭਰਾਵਾਂ ਦੇ ਨਾਲ ਸदैव ਪ੍ਰੀਤ ਬਣਾ ਕੇ ਰੱਖੋ। ਇਹਨਾਂ ਨੂੰ ਇੱਕ ਇੱਕ ਦਿਨ ਦੇ ਉੱਤੇ ਨਾ ਸੁੱਟੋ। ਇਹ ਮੇਰੇ ਆਪਣੇ ਵਿਚਾਰ ਸਨ। ਹੋ ਸਕਦਾ ਹੈ ਤੁਹਾਡੇ ਮੇਰੇ ਥੋੜੇ ਬਹੁਤੇ ਮਤਭੇਦ ਹੋਣ, ਤਾਂ ਕੋਈ ਗੱਲ ਨਹੀਂ, ਥੋੜਾ ਬਹੁਤਾ ਮਤਭੇਦ ਹੁੰਦਾ, ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਅੱਜ ਜੋ ਆਪਾਂ 2 ਪੌੜੀਆਂ ਵਿਚਾਰੀਆਂ ਨੇ, ਉਹਨਾਂ ਵਿੱਚ ਆਪ ਦਾ ਕੋਈ ਸਵਾਲ ਹੋਵੇ ਤਾਂ ਉਹ ਸਵਾਲ ਕਰ ਸਕਦੇ ਹੋ। ਜੇ ਤੁਸੀਂ ਆਪਣੇ ਕੋਈ ਵਿਊਜ਼ ਦੇਣੇ ਹੋਣ ਤੇ ਵਿਊਜ਼ ਦੇ ਸਕਦੇ ਹੋ। ਕੱਲ ਨੂੰ ਅਸੀਂ ਆਨੰਦ ਸਾਹਿਬ ਜੀ ਦੀ ਲਾਸਟ ਪੌੜੀ ਕਰਾਂਗੇ, ਉਹਦੇ ਵਿੱਚ ਮੈਂ ਬਹੁਤ ਜ਼ਿਆਦਾ ਟਾਈਮ ਨਹੀਂ ਲਵਾਂਗਾ, ਥੋੜਾ ਟਾਈਮ ਲਵਾਂਗਾ। ਔਰ ਕੱਲ ਨੂੰ ਫਿਰ ਅਸੀਂ ਸਾਰੇ ਵੀਰ ਭੈਣਾਂ, ਜਿਵੇਂ ਜਪਜੀ ਸਾਹਿਬ ਜੀ ਦੀ ਵਿਚਾਰ ਤੋਂ ਬਾਅਦ, ਆਸਾ ਜੀ ਦੀ ਆਸਾ ਕੀ ਵਾਰ ਦੇ ਵਿਚਾਰ ਤੋਂ ਬਾਅਦ ਅਸੀਂ ਆਪਣੇ ਆਪਣੇ ਵਿਊਜ਼ ਦਿੱਤੇ ਸੀ ਕਿ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਜੋ ਕਿ ਸਾਨੂੰ ਆਨੰਦ ਤੱਕ ਪਹੁੰਚਾਉਂਦੀ ਹੈ, ਰੱਬ ਤੱਕ ਪਹੁੰਚਾਉਂਦੀ ਹੈ, ਇਹਦੀ ਅਸੀਂ ਸਾਰੇ ਵੀਰ ਭੈਣਾਂ ਨੇ ਮਿਲ ਕੇ ਵਿਚਾਰ ਕੀਤੀ ਹੈ। ਮੈਂ ਆਪਣੇ ਵਿਊਜ਼ ਦਿੱਤੇ ਨੇ, ਤੁਸੀਂ ਆਪਣੇ ਵਿਊਜ਼ ਦਿੱਤੇ ਨੇ। ਇਹਦੇ ਵਿੱਚੋਂ ਸਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ। ਬਹੁਤ ਸਾਡੀਆਂ ਪੁਰਾਣੀਆਂ ਧਾਰਨਾਵਾਂ ਟੁੱਟੀਆਂ ਹੋਣਗੀਆਂ। ਤਾਂ ਅਸੀਂ ਇਸ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਤੋਂ ਸਾਨੂੰ ਕੀ ਨਵਾਂ ਸਿੱਖਣ ਨੂੰ ਮਿਲਿਆ, ਕੀ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਚੇਂਜਿੰਗ ਲਿਆਂਦੀ, ਜਾਂ ਕੀ ਅਸੀਂ ਚੇਂਜਿੰਗ ਲਿਆਵਾਂਗੇ, ਜਾਂ ਕਿਵੇਂ ਅਸੀਂ ਆਪਣੇ ਪਰਿਵਾਰ ਦਾ, ਸਮਾਜ ਦਾ ਭਲਾ ਕਰ ਸਕਦੇ ਹਾਂ, ਔਰ ਕਿਵੇਂ ਅਸੀਂ ਗੁਰਬਾਣੀ ਨੂੰ ਸੰਸਾਰ ਦੇ ਹਰ ਮਨੁੱਖ ਤੱਕ ਪਹੁੰਚਾ ਸਕਦੇ ਹਾਂ। ਇਹਦੇ ਵਾਸਤੇ ਕੱਲ ਨੂੰ ਤੁਸੀਂ ਆਪਣੇ ਸਾਰੇ ਵਿਊਜ਼ ਲੈ ਕੇ ਆਇਓ ਕਿ ਕਿਸ ਪੌੜੀ ਦੇ ਵਿੱਚੋਂ ਤੁਹਾਨੂੰ ਖੁਸ਼ੀ ਵਾਸਤੇ ਕਿਹੜੀ ਚੀਜ਼ ਮਿਲੀ, ਕਿ ਜੇ ਅਸੀਂ ਇਸ ਪੌੜੀ ਤੇ ਅਮਲ ਕਰੀਏ ਤੇ ਅਸੀਂ ਆਨੰਦਮਈ ਜ਼ਿੰਦਗੀ ਜੀ ਸਕਦੇ ਹਾਂ। ਕਿਉਂਕਿ ਆਨੰਦਮਈ ਜ਼ਿੰਦਗੀ ਜੀਣਾ ਸਾਡਾ ਹਰ ਇੱਕ ਦਾ ਫਰਜ਼ ਵੀ ਹੈ, ਹਰ ਇੱਕ ਦਾ ਹੱਕ ਵੀ ਹੈ। ਪੂਰੀ ਦੁਨੀਆ ਵਿੱਚ ਆਨੰਦਮਈ ਜੀਵਨ ਹੋਣਾ ਚਾਹੀਦਾ ਹੈ, ਪੂਰਾ ਸੰਸਾਰ ਜਿਹੜਾ ਹੈ ਸਵਰਗ ਹੋਣਾ ਚਾਹੀਦਾ ਹੈ। ਤੇ ਆਨੰਦ ਸਾਹਿਬ ਜੀ ਦੀ ਹਰ ਪੌੜੀ ਦੇ ਵਿੱਚੋਂ ਸਾਨੂੰ ਐਸਾ ਉਪਦੇਸ਼ ਮਿਲਿਆ ਹੈ ਕਿ ਅਸੀਂ ਆਪ ਆਪਣੇ ਪਰਿਵਾਰ ਨੂੰ ਔਰ ਸੰਸਾਰ ਨੂੰ ਸਵਰਗ ਬਣਾ ਸਕਦੇ ਹਾਂ। ਇਸ ਲਈ ਕੱਲ ਨੂੰ ਸਾਰੇ ਵੀਰ ਭੈਣਾਂ, ਕੋਈ ਪਹਿਲੀ ਪੌੜੀ ਚੋਂ, ਕੋਈ ਦੂਜੀ ਚੋਂ, ਜਿੱਥੋਂ ਵੀ ਕਿਸੇ ਨੂੰ ਕੁਛ ਨਵਾਂ ਮਿਲਿਆ ਹੈ ਜਾਂ ਕੋਈ ਵਿਊਜ਼ ਦੇਣਾ ਚਾਹੁੰਦੇ ਹੋ, ਤਾਂ ਜ਼ਰੂਰ ਆਪਣੇ ਵਿਊਜ਼ ਲੈ ਕੇ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗਿਆਨੀ ਜੀ। ਅਸੀਂ ਸਾਰਿਆਂ ਨੇ 2 ਪੌੜੀਆਂ ਜੀ, ਅੱਜ ਦੀਆਂ 38 ਤੇ 39 ਪੌੜੀਆਂ ਆਨੰਦ ਸਾਹਿਬ ਦੀਆਂ ਸੁਣ ਲਈਆਂ ਜੀ। ਇਹਦੇ ਵਿੱਚੋਂ ਹਮੇਸ਼ਾ ਦੀ ਤਰ੍ਹਾਂ ਜਿੱਦਾਂ ਅਸੀਂ ਕਹਿੰਦੇ ਹਾਂ ਕਿ ਅੱਜ ਦੀਆਂ 2 ਪੌੜੀਆਂ ਦੇ ਵਿੱਚੋਂ ਜੇ ਤੁਸੀਂ ਕੋਈ ਆਪਣਾ ਵਿਚਾਰ ਰੱਖਣਾ ਹੋਵੇ, ਸਵਾਲ ਰੱਖਣਾ ਹੋਵੇ, ਉਹ ਤੁਸੀਂ ਕਰ ਸਕਦੇ ਹਾਂ, ਅਨਮਿਊਟ ਹੋ ਜਾਓ। ਤੇ ਬਾਕੀ ਕੱਲ ਨੂੰ ਤੁਸੀਂ ਸਾਰਿਆਂ ਨੇ ਜਿਹੜੀ ਲਾਸਟ ਪੌੜੀ ਹੈ 40ਵੀਂ ਪੌੜੀ, ਉਹਦੀ ਵਿਚਾਰ ਸੁਣਨੀ ਆ। ਤੇ ਜੇ ਤੁਸੀਂ ਚਾਹੋ ਤਾਂ ਕੱਲ ਨੂੰ ਆਪਣੇ ਆਪਣੇ ਵਿਚਾਰ ਜ਼ਰੂਰ ਦਿਓ ਕਿ ਸਾਰੀ ਆਨੰਦ ਸਾਹਿਬ ਦੀ ਕਥਾ ਦੇ ਵਿੱਚ ਸਾਨੂੰ ਜਿਹੜਾ ਗਿਆਨੀ ਜੀ ਨੇ ਦੱਸਿਆ ਹੀ ਹੈ ਕਿ ਕੀ ਦੇਖਣ ਨੂੰ ਮਿਲਿਆ, ਜਾਂ ਤੁਸੀਂ ਕੋਈ ਆਪਣਾ ਹੋਰ ਵੀ ਇਹਦੇ ਬਾਰੇ ਵਿਚਾਰ ਰੱਖਣਾ ਚਾਹੁੰਦੇ ਹੋ, ਤਾਂ ਜਾਂ ਫਿਰ ਪਹਿਲੀਆਂ ਜਿਹੜੀਆਂ ਸਾਡੀਆਂ ਕਥਾ ਕਹਾਣੀਆਂ ਹੋਈਆਂ ਉਹਨਾਂ ਦੇ ਵਿੱਚੋਂ ਆਸਾ ਕੀ ਵਾਰ, ਜਪਜੀ ਸਾਹਿਬ ਜਾਂ ਲਾਵਾਂ ਦਾ ਪਾਠ ਜਿਹੜਾ ਸੀਗਾ, ਉਹਨਾਂ ਬਾਰੇ ਵੀ ਆਪਣੇ ਵਿਊ ਰੱਖਣੇ ਹੋਊਗੇ ਤਾਂ ਉਹ ਵੀ ਤੁਸੀਂ ਰੱਖ ਸਕਦੇ ਆ। ਤਾਂ ਇਸ ਕਰਕੇ ਕੱਲ ਨੂੰ ਅੱਧਾ ਕੁ ਟਾਈਮ ਸਾਡਾ ਇੱਕ ਪੌੜੀ ਤੇ ਲੱਗਣਾ ਤੇ ਬਾਕੀ ਦਾ ਟਾਈਮ ਆਪਾਂ ਇੱਕ ਦੂਜੇ ਨਾਲ ਵਿਚਾਰ ਕਰਾਂਗੇ। ਸੋ ਕੱਲ ਨੂੰ ਜ਼ਰੂਰ ਆਪਣੇ ਆਪਣੇ ਵਿਚਾਰ ਜ਼ਰੂਰ ਦੇਣੇ ਜੀ। ਤੇ ਸਾਡੇ ਨਾਲ ਜਸਵਿੰਦਰ ਸਿੰਘ ਜੀ ਅਨਮਿਊਟ ਹੈਗੇ ਆ ਸਰੀ ਤੋਂ, ਉਹਨਾਂ ਨੂੰ ਵੈਲਕਮ ਕਰਦੇ ਆ। ਤੇ ਨਾਲੇ ਕਿਨੇ ਕੋਈ ਪੁੱਛਣਾ ਦੱਸਣਾ ਹੋਵੇ ਤਾਂ ਉਹ ਅਨਮਿਊਟ ਹੋਣ। ਹਾਂਜੀ ਜਸਵਿੰਦਰ ਸਿੰਘ ਜੀ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ, ਜਿਹੜਾ ਆਪਣੇ ਗੁਰਦੁਆਰੇ ਲਈ ਭਾਵਨੀ, ਇਹਦਾ ਜਿਹੜਾ ਗੁਰੂ ਦਾ ਜਿਹੜਾ ਸ਼ਬਦ ਗੁਰੂ ਹੈਗਾ, ਗੁਰੂ ਦੇ ਸ਼ਬਦ ਜਿਹੜੇ ਚਰਨ ਨੇ, ਫਿਰ ਗੁਰੂ ਦੇ ਗੁਣੇ ਹੋਏ, ਗੁਣਾਂ ਨੂੰ ਧਾਰਨ ਅਸੀਂ ਕਰਾਂਗੇ, ਉਹਦੇ ਦੁਆਰਾ ਹੀ ਆਪਣੀ ਭਾਵ ਲਾਵਾਂਗੇ।
हाँ जी, गुरुद्वारे लाए भावनी का मतलब गुरु ਦੇ ਸ਼ਬਦ ਨਾਲ, ਗੁਰੂ ਦੀ ਵਿਚਾਰਧਾਰਾ ਦੇ ਨਾਲ ਆਪਣੀ ਪ੍ਰੀਤ ਪਾਣੀ, ਗੁਰੂ ਦੇ ਗਿਆਨ ਦੇ ਨਾਲ। ਜਾਂ ਅਸੀਂ ਸਿੰਪਲ ਕਹਿ ਸਕਦੇ ਹਾਂ ਜੋ ਗੁਰੂ ਦਾ ਦਿੱਤਾ ਵੇ ਆਫ ਲਾਈਫ ਹੈ, ਯਾਨੀ ਗਿਆਨ ਗੁਰੂ ਦੇ ਮੁਤਾਬਕ ਅਸੀਂ ਜ਼ਿੰਦਗੀ ਦੀ। ਹਾਂ, ਨਾਲੇ ਨਾ ਤੁਸੀਂ ਵੀਰ ਜਸਵਿੰਦਰ ਸਿੰਘ ਜੀ ਕੁਛ ਮੈਨੂੰ ਨੰਬਰ ਭੇਜੇ ਸੀ ਕਿ ਇਹਨਾਂ ਨੂੰ ਐਡ ਕਰ ਦਿਓ, ਤੇ ਉਹਨਾਂ ਨੂੰ ਕਿੱਥੇ ਐਡ ਕਰਨਾ ਮੈਨੂੰ ਸਮਝ ਨਹੀਂ ਆਈ। ਉਹ ਜਿਹੜਾ ਕਿਵਸ ਚ ਯਾਰਾ ਗਰੁੱਪ ਆਪਾਂ ਬਣਾਇਆ ਸੀ ਨਾ, ਗਰੁੱਪ ਦੇ ਵਿੱਚ ਓਕੇ ਮੈਂ ਕਰ ਦਿੰਦਾ ਫਿਰ। ਠੀਕ ਹੈ, ਠੀਕ ਹੈ। ਤੁਸੀਂ ਕਈ ਵਾਰੀ ਉੱਤੇ ਵਿਚਾਰ ਪਾ ਦਿੰਦੇ ਕੋ ਆਪਣੇ, ਜਿੱਦਾਂ ਹੁਣ ਤੁਸੀਂ ਆਪਣੇ ਸ਼ੁਰੂ ਕੀਤਾ ਹੈਗਾ ਆਪਣੇ ਸੋਹਲਾ ਸਾਹਿਬ ਦੀ ਬਾਣੀ ਦਾ, ਰਾਈਟ? ਚਲੋ ਮੈਂ ਕਿਹਾ ਵੀਰ ਭੈਣ ਜਿਹੜਾ ਲਾਹਾ ਲਿਆ ਸਕਣ, ਉਹ ਬਹੁਤ ਚੰਗੀ ਗੱਲ ਹੋਊਗੀ। ਠੀਕ ਹੈ, ਠੀਕ ਹੈ, ਮੈਂ ਉਹਨਾਂ ਨੂੰ ਕਰ ਦਿੰਦਾ। ਇੱਕ ਮੇਰਾ ਹੋਰ ਸਵਾਲ ਸੀ, ਤੁਸੀਂ ਆਪਣੇ ਕਥਾ ਕੀਤੀ ਸੀ ਅਰਬਨ ਨਰਬ ਧੁੰਦੂਕਾਰਾ ਧਰਨ ਗਗਨਾ ਹੁਕਮ ਪਰ, ਇਹਦੇ ਬਾਰੇ ਤੁਸੀਂ ਕਥਾ ਕੀਤੀ ਸੀ ਜਾਂ ਤੁਸੀਂ ਕਰਨੀ ਹੈਗੀ ਅਜੇ? ਹਾਂਜੀ, ਮੈਂ ਸਮਝਿਆ ਨਹੀਂ, ਦੁਬਾਰਾ ਬੋਲੋ। ਹਾਂਜੀ, ਮੈਂ ਕਿਹਾ ਤੁਸੀਂ ਜਿਹੜੀ ਆਪਣੇ ਅਰਬਨ ਨਰਬ ਧੁੰਦੂਕਾਰਾ ਧਰਨ ਸਗੋਂ ਗਗਨ ਪਰ, ਉਹਦੇ ਬਾਰੇ ਤੁਸੀਂ ਕਥਾ ਕੀਤੀ ਜਾਂ ਨਹੀਂ? ਇਹਦੀ ਕਥਾ ਮੈਂ ਕੀਤੀ ਨਹੀਂ, ਤੇ ਜੇ ਆਪਾਂ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਦੇਖ ਲਾਂਗੇ, ਜੇ ਕਰ ਲਾਂਗੇ, ਜਾਂ ਮੈਂ ਤੁਹਾਨੂੰ ਰਿਕਾਰਡਿੰਗ ਕਰਕੇ ਭੇਜ ਦਾਂ। ਠੀਕ ਹੈ ਜੀ, ਮੈਂ ਕਿਹਾ ਹੋਰ ਵੀ ਵੀਰ ਭੈਣ ਲਾਹਾ ਲੈ ਸਕਣ। ਠੀਕ ਹੈ, ਸ਼ੁਕਰੀਆ। ਕੋਈ ਨਾ, ਉਹ ਕਰਕੇ ਆਪਾਂ ਗਰੁੱਪ ਵਿੱਚ ਪਾ ਦਾਂਗੇ। ਠੀਕ ਹੈ, ਬਹੁਤ ਚੰਗੀ ਗੱਲ ਹੈ ਜੀ। ਠੀਕ ਹੈ, ਥੈਂਕ ਯੂ ਜੀ। ਜਿਹੜਾ ਕਿਵਸ ਚਾਰਾ ਹੋ ਵੀ ਵਾਲਾ ਜਿਹੜਾ ਗਰੁੱਪ ਹੈ ਜੀ, ਉਹਦੇ ਵਿੱਚ ਜੇ ਇਹ ਤਾਂ ਸ਼ੋਰਟ ਹੈਗੀ ਆ ਤਾਂ ਸ਼ੋਰਟ ਕਲਿੱਪ ਤੁਸੀਂ ਪਾ ਸਕਦੇ ਆ, ਤੇ ਜਿਨ੍ਹਾਂ ਨੇ ਨਹੀਂ ਵੀ ਜੁਆਇਨ ਕੀਤਾ ਉਹ ਵੀ ਜੁਆਇਨ ਕਰ ਸਕਦੇ ਆ ਜੀ। ਗਿਆਨੀ ਜੀ ਦੇ ਜਿਹੜਾ ਟੈਲੀਫੋਨ ਨੰਬਰ ਹੈ ਉਹਦੇ ਤੇ ਤੁਸੀਂ ਆਪਣਾ WhatsApp ਤੇ ਆਪਣਾ ਡਿਟੇਲ ਪਾ ਸਕਦੇ ਆ, ਜ਼ੂਮ ਕਲਾਸ ਲਿਖ ਕੇ, ਤੇ ਉਹਦਾ ਤੁਸੀਂ ਲਾਹਾ ਲੈ ਸਕਦੇ ਆ ਸਾਰੇ ਜਣੇ। ਤੇ ਆਪਣਾ ਐਡ ਹੋਣ ਲਈ ਵੀਰ ਜੀ ਤਰਲੋਚਨ ਸਿੰਘ ਜੀ ਹੈਗੇ ਨੇ ਐਡਮਿਨ, ਆਪਣਾ ਸੂਦਨ ਭੈਣ ਹੈਗੇ ਨੇ ਇੰਡੀਆ ਤੋਂ, ਕੁਲਦੀਪ ਕੌਰ ਭੈਣ ਜੀ, ਔਰ ਮੈਂ, 4 ਅਸੀਂ ਐਡਮਿਨ ਆ। ਜੇ ਕੋਈ ਹੋਰ ਵੀ ਬੰਦਾ ਐਡਮਿਨ ਵੀਰ ਕੋਈ ਬਣਨਾ ਚਾਹੇ ਬਣ ਸਕਦੇ, ਚਾਰਾਂ ਨੂੰ ਕਿਸੇ ਨੂੰ ਵੀ ਕਹੋਗੇ ਤੁਹਾਨੂੰ ਐਡਿਟ ਕਰ ਵਿੱਚ ਕਰ ਦੇਣਗੇ, ਐਡ ਕਰ ਦੇਣਗੇ। ਇਹ ਚਾਰਾਂ ਦੇ ਵਿੱਚੋਂ ਕੋਈ ਵੀ ਕਰ ਸਕਦਾ। ਹਾਂਜੀ, ਸੋ ਜਿਸ ਕਿਸੇ ਨੇ ਵੀ ਹੋਰ ਐਡ ਹੋਣਾ ਹੋਵੇ, ਜੇ ਨਹੀਂ ਵੀ ਐਡ ਹੋਏ ਤਾਂ ਉਹ ਸਾਨੂੰ ਕੰਟੈਕਟ ਕਰ ਲੈਣ। ਜ਼ੂਮ ਕਲਾਸ ਦੇ ਵਿੱਚ ਵੀ ਕੰਟੈਕਟ ਕਰ ਸਕਦੇ ਆ, ਤੇ ਅਸੀਂ ਉਹਨਾਂ ਨੂੰ ਐਡ ਕਰ ਸਕਦੇ ਹਾਂ ਜੀ। ਤੇ ਬਾਕੀ ਜੀ ਹੁਣ ਤਾਂ ਕੋਈ ਅਨਮਿਊਟ ਨਹੀਂ ਹੈਗਾ, ਇਹਦਾ ਮਤਲਬ ਇੱਥੇ ਆਪਾਂ ਸਮਾਪਤੀ ਕਰਦੇ ਹਾਂ। ਧੰਨਵਾਦ ਸਾਰੀਆਂ ਸੰਗਤਾਂ ਦਾ ਜੀ ਅੱਜ ਦੀ ਤੇ ਕਥਾ ਦੇ ਵਿੱਚ ਸ਼ਾਮਲ ਹੋਣ ਦਾ। ਤੇ ਕੱਲ ਨੂੰ ਵੀ ਆਪਾਂ ਵਾਪਸ ਮੁੜ ਕੇ ਆਵਾਂਗੇ, ਤੇ ਕੱਲ ਨੂੰ ਜਿੱਦਾਂ ਕਿਹਾ ਹੀ ਹੈ ਜੀ ਵੀ ਇੱਕ ਜਿਹੜੀ ਪੌੜੀ ਰਹਿੰਦੀ ਆ ਉਹਦੀ ਕਥਾ ਕਰਨ ਤੋਂ ਬਾਅਦ ਆਪਾਂ ਹੋਰ ਵੀ ਗਾਹਾਂ ਦਾ ਜਿਹੜਾ ਪ੍ਰੋਗਰਾਮ ਹੋਣਾ ਉਹਦੇ ਬਾਰੇ ਵੀ ਗੱਲ ਕਰਾਂਗੇ। ਤੇ ਕੱਲ ਨੂੰ ਆਪਣੀ ਜਿਹੜੀ ਤੁਹਾਡੀ ਵਿਚਾਰਧਾਰਾ ਹੋਊਗੀ ਉਹਦੇ ਵੀ ਆਪਾਂ ਲਵਾਂਗੇ ਜੀ, ਆਪ ਤੁਹਾਡੇ ਵਿਚਾਰ, ਤੇ ਉਹ ਤੇ ਗਾਹਾਂ ਫਿਰ ਆਪਾਂ ਦੇਖਦੇ ਹਾਂ ਕੀ ਕਰਨਾ ਜੀ। ਤੇ ਇੱਥੇ ਆਪਾਂ ਛੁੱਟੀਆਂ ਮੰਗ ਲੈਣੇ ਜੀ ਇੱਕ ਦੂਜੇ ਤੋਂ। ਕੱਲ ਨੂੰ ਮੁੜ ਕੇ 2 ਵਜੇ ਆਈਏ ਜੀ। ਹੁਣ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।